ਕਦੇ ਅਜਿਹਾ ਹੋਇਆ ਕਿ ਤੁਸੀਂ ਕਿਸੇ ਕਪਲ ਨੂੰ ਵੇਖਿਆ ਹੋਵੇ ਕਿਸੇ ਸੋਸ਼ਲ ਗੈਦਰਿੰਗ ਦੇ ਵਿੱਚ? ਆਪਾਂ ਰੋਜ਼ ਜਾਂਦੇ ਹਾਂ, ਆਪਾਂ ਕਪਲਸ ਨੂੰ ਦੇਖਦੇ ਹਾਂ, ਆਪਾਂ ਖੁਦ ਕਪਲਸ ਹੈਗੇ ਹਾਂ। ਕਦੇ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਹੋਵੇ ਵੀ ਬੜੇ ਸਾਲ ਹੋ ਗਏ ਇਹ ਇਕੱਠੇ ਨੇ, ਇਹਨਾਂ ਦਾ ਵਿਆਹ ਹੋਇਆਂ ਨੂੰ ਬੜੇ ਸਾਲ ਹੋ ਗਏ, ਵੀ ਇਹ ਖੁਸ਼ ਨੇ? ਜਾਂ ਬੈੱਡ ਸ਼ੇਅਰ ਕਰ ਰਹੇ ਹੋ, ਬਿੱਲ ਸਪਲਿਟ ਕਰ ਰਹੇ ਹੋ, ਇੱਕ ਦੂਜੇ ਦੇ ਨਾਲ ਡਿਨਰ ਟੇਬਲ ਤੇ ਬੈਠੇ ਹੋ, ਪਰ ਫਿਰ ਵੀ ਅੰਦਰੋਂ ਤੁਸੀਂ ਕੰਪਲੀਟ ਨਹੀਂ ਹੋ, ਅੰਦਰੋਂ ਤੁਸੀਂ ਅਲੋਨ ਹੋ। ਉਹਦਾ ਕਾਰਨ ਕੀ ਹੈ? I think even happy couples ਦੇ ਵਿੱਚ ਵੀ ਬਹੁਤ ਵਾਰੀ phases ਆਉਂਦੇ ਆ when you feel lonely, when you feel alone. ਕਿਉਂਕਿ ਉਹ ਅੰਦਰੋਂ ਬਹੁਤ ਲੋਨਲੀ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕਿੱਥੇ ਜਾਣਾ। ਸੋ ਜਿੱਥੋਂ ਵੀ ਉਹਨਾਂ ਨੂੰ ਫਿਰ ਉਹੋ ਜਿਹੀ ਅਟਰੈਕਸ਼ਨ ਮਿਲਦੀ ਹੈ ਉਸ ਚੀਜ਼ ਵੱਲ ਉਲਝ ਜਾਂਦੇ ਨੇ। ਪਿਆਰ ਦੀ ਡੈਫੀਨੇਸ਼ਨ ਸਿਰਫ ਫਿਜ਼ੀਕਲ ਇੰਟੀਮੇਸੀ ਨਹੀਂ ਹੈ। ਪਿਆਰ ਦੀ ਡੈਫੀਨੇਸ਼ਨ ਸਿਰਫ ਹਗਿੰਗ ਐਂਡ ਗਿਵਿੰਗ ਈਚ ਅਦਰ ਅ ਕਿਸ ਔਨ ਦ ਚੀਕ ਨਹੀਂ ਹੈ। ਫॉर ਯੂ ਤੁਹਾਡੇ ਪਾਰਟਨਰ ਨੂੰ ਇਹ ਲੱਗ ਰਿਹਾ ਵੀ ਤੁਸੀਂ ਐਗਜ਼ਿਸਟ ਕਰ ਰਹੇ ਹੋ। ਐਂਡ ਹਾਊ ਇਜ਼ ਦੈਟ? ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਅਰਲੀਅਰ, ਕੰਮ ਤੋਂ ਆਏ ਸ਼ਾਮ ਨੂੰ, ਹਾਊ ਵਾਜ਼ ਯੂਰ ਡੇ? ਅੱਜ ਤੁਸੀਂ ਪਰੇਸ਼ਾਨ ਲੱਗ ਰਹੇ ਹੋ, ਵਾਟ ਹੈਪਨ? 30% ਆਫ ਮੈਰਿਡ ਪੀਪਲ ਇਹ ਰਿਪੋਰਟ ਕਰਦੇ ਨੇ ਵੀ ਅਸੀਂ ਲੋਨਲੀ ਫੀਲ ਕਰਦੇ ਹਾਂ, ਚਾਹੇ ਕਿ ਅਸੀਂ ਆਪਣੇ ਪਾਰਟਨਰ ਦੇ ਨਾਲ ਇੱਕੋ ਛੱਤ ਥੱਲੇ ਰਹਿ ਰਹੇ ਹਾਂ। And then when the boys get married, there is conflict between the daughter-in-law and the mother-in-law. Why? Because for you, your everything was your son. And ਹੁਣ ਤੁਸੀਂ ਉਹ ਕਿਸੇ ਹੋਰ ਦੀ ਲਾਈਫ ਦਾ ਇੰਪੋਰਟੈਂਟ ਹਿੱਸਾ ਬਣ ਗਿਆ, ਤੁਹਾਡੇ ਤੋਂ ਡੀਲ ਨਹੀਂ ਕਰ ਹੁੰਦਾ। lot of times those issues arise because of that. So I think same principle apply ਹੁੰਦਾ ਮੈਰਿਜਸ ਤੇ as well. So imagine ਕਰੋ ਤੁਸੀਂ ਇੱਕ ਦੂਜੇ ਤੇ ਕਿੰਨਾ ਪ੍ਰੈਸ਼ਰ ਪਾ ਰਹੇ ਹੋ ਇੱਕ ਦੂਸਰੇ ਨੂੰ ਖੁਸ਼ ਰੱਖਣ ਲਈ। ਬਿਲਕੁਲ। ਉਹ ਕਹਿ ਦਿੰਦੇ ਨੇ, ਕਹਿੰਦੇ ਅਸੀਂ ਗੁੱਡ ਰੂਮਮੇਟਸ ਹੈਗੇ, ਕਪਲ ਤਾਂ ਹੈ, ਅਸੀਂ ਹਸਬੈਂਡ ਵਾਈਫ ਹਾਂ, ਪਰ ਵੀ ਆਰ ਰੀਅਲੀ ਗੁੱਡ ਰੂਮਮੇਟਸ। ਸਾਡੇ 'ਚ ਉਵੇਂ ਕਪਲਸ ਵਾਂਗੂ ਕੁਝ ਹੈ ਨਹੀਂ। ਅਸੀਂ ਸਾਨੂੰ ਪਤਾ ਹੈ ਇੱਕ ਦੂਜੇ ਨੂੰ, ਜਦੋਂ ਅਸੀਂ ਬਾਹਰ ਜਾਂਦੇ ਹਾਂ। Again, love ਦੀ ਪਰਿਭਾਸ਼ਾ ਬਦਲ ਗਈ ਹੈ। Neither of the partners is showing it to the other, but you do not want to leave each other, so you're just living like roommates. ਤੇ ਤੁਸੀਂ ਦਿਨ ਕੱਟ ਰਹੇ ਹੋ। ਅੱਜ ਦੇ ਇਸ ਰੋਸ਼ਨੀ ਪ੍ਰੋਗਰਾਮ ਦੇ ਵਿੱਚ 21 ਜੁਲਾਈ ਤੇ ਮੰਗਲਵਾਰ ਦਾ ਦਿਨ, ਤੇ ਅੱਜ ਜਿਹੜਾ ਸਵਾਲ ਮੈਂ ਤੁਹਾਨੂੰ ਪੁੱਛਣਾ ਹੈ ਤੇ ਜਿਹੜੀ ਡਿਸਕਸ਼ਨ ਅੱਜ ਤੁਹਾਡੇ ਨਾਲ ਹੋਣੀ ਹੈ ਉਹ ਬਹੁਤ ਇੰਪੋਰਟੈਂਟ ਹੈ। ਇੱਕ ਐਸੇ ਕੁਐਸਚਨ ਦੇ ਨਾਲ ਮੈਂ ਸਟਾਰਟ ਕਰਨਾ ਚਾਹੁੰਦੀ ਹਾਂ ਜਿਹੜਾ ਥੋੜ੍ਹਾ ਜਿਹਾ ਸ਼ਾਇਦ ਤੁਹਾਨੂੰ ਅਨਕੰਫਰਟੇਬਲ ਲੱਗੂਗਾ ਸੁਣਨ ਦੇ ਵਿੱਚ, ਪਰ ਇੰਪੋਰਟੈਂਟ ਬਹੁਤ ਹੈ। ਕਦੇ ਅਜਿਹਾ ਹੋਇਆ ਕਿ ਤੁਸੀਂ ਕਿਸੇ ਕਪਲ ਨੂੰ ਵੇਖਿਆ ਹੋਵੇ ਕਿਸੇ ਸੋਸ਼ਲ ਗੈਦਰਿੰਗ ਦੇ ਵਿੱਚ? ਆਪਾਂ ਰੋਜ਼ ਜਾਂਦੇ ਹਾਂ, ਆਪਾਂ ਕਪਲਸ ਨੂੰ ਦੇਖਦੇ ਹਾਂ, ਆਪਾਂ ਖੁਦ ਕਪਲਸ ਹੈਗੇ ਹਾਂ। ਕਦੇ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਹੋਵੇ ਵੀ ਬੜੇ ਸਾਲ ਹੋ ਗਏ ਇਹ ਇਕੱਠੇ ਨੇ, ਇਹਨਾਂ ਦਾ ਵਿਆਹ ਹੋਇਆਂ ਨੂੰ ਬੜੇ ਸਾਲ ਹੋ ਗਏ, ਵੀ ਇਹ ਖੁਸ਼ ਨੇ? ਫਿਰ ਕੁਐਸਚਨ ਮਾਰਕ ਜਿਹਾ ਆ ਜਾਂਦਾ ਕਈ ਵਾਰੀ ਉੱਥੇ, ਜਦੋਂ ਅਸੀਂ ਇਹ ਸੋਚਦੇ ਹਾਂ ਵੀ ਇਹ ਤਾਂ ਇੱਕੋ ਹੀ ਘਰ ਸ਼ੇਅਰ ਕਰ ਰਹੇ ਨੇ, ਇੱਕੋ ਟੇਬਲ 'ਤੇ ਖਾਣਾ ਖਾ ਰਹੇ ਨੇ, ਇੱਕੋ ਬੈੱਡ 'ਤੇ ਸੌਂ ਰਹੇ ਨੇ, ਗਰੋਸਰੀ ਦੇ ਬਿਲਸ, ਮੌਰਗੇਜ ਦੇ ਬਿਲ, ਸਾਰਾ ਕੁਝ ਇਕੱਠਾ ਜਾ ਰਿਹਾ। ਪਰ ਫਿਰ ਵੀ ਇੱਕ ਕੁਐਸਚਨ ਇਹ ਆਉਂਦਾ ਵੀ ਕੀ ਇਹ ਜਿਹੜਾ ਵਿਆਹੁਤਾ ਕਪਲ ਹੈ ਜਾਂ ਕੋਈ ਵੀ ਕਪਲ ਹੈ, ਪਾਰਟਨਰ ਨੇ, ਕੀ ਇਹ ਖੁਸ਼ ਨੇ ਉਸ ਪਾਰਟਨਰਸ਼ਿਪ ਦੇ ਵਿੱਚ, ਉਸ ਵਿਆਹ ਦੇ ਵਿੱਚ? ਕਿਤੇ ਇਹ ਲੋਨਲੀ ਤਾਂ ਨਹੀਂ ਹੈਗੇ? ਹੁਣ ਜਿਹੜਾ ਇਹ ਸਵਾਲ ਹੈ ਨਾ ਵੀ ਕਿਤੇ ਇਹ ਲੋਨਲੀ ਤਾਂ ਨਹੀਂ ਹੈਗੇ, ਇੱਥੇ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਵੀ ਲੋਨਲੀ ਕਿਉਂ ਹੈ, ਹਸਬੈਂਡ ਵਾਈਫ ਹੈ, ਇਕੱਠੇ ਹੈ, ਤਾਂ ਉੱਥੇ ਫਿਰ ਲੋਨਲੀ ਵਾਲਾ ਜਿਹੜਾ ਸ਼ਬਦ ਹੈ ਉਹ ਕਿੱਥੋਂ ਆ ਗਿਆ? ਹੁਣ ਤੁਹਾਨੂੰ ਮੈਂ ਇਹ ਦੱਸਾਂ ਵੀ ਇੱਕ ਰਿਸਰਚ ਆਈ ਹੈ, ਲੋਨਲੀਨੈਸ ਉਹ ਕਹਿੰਦੇ ਜ਼ਿਆਦਾਤਰ ਮੈਰਿਡ ਕਪਲ ਦੇ ਵਿੱਚ ਹੈਗੀ ਹੈ ਔਰ ਲੋਕ ਇਹਨੂੰ ਐਕਸਪੀਰੀਅੰਸ ਕਰਦੇ ਨੇ, ਪਰ ਕਿਉਂਕਿ ਅਨਕੰਫਰਟੇਬਲ ਕੁਐਸਚਨ ਹੈ, ਇਹਦੇ ਬਾਰੇ ਗੱਲਬਾਤ ਨਹੀਂ ਹੁੰਦੀ, ਇਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਇਹ ਵੀ ਕਿਹਾ ਜਾਂਦਾ ਹੈ, ਕਹਿੰਦੇ ਜਦੋਂ ਕੋਈ ਪਾਰਟਨਰ ਹੌਲੀ ਹੌਲੀ ਇਹ ਰੂਮਮੇਟ ਬਣ ਜਾਂਦੇ ਨੇ। ਆਪਾਂ ਅਕਸਰ ਦੇਖਿਆ ਵੀ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਰੋਮਾਂਟਿਕ ਗੱਲਾਂ ਬਾਤਾਂ ਤੋਂ ਬਦਲ ਕੇ ਫਿਰ ਸ਼ਾਇਦ ਬੱਚਿਆਂ ਤੱਕ ਸੀਮਤ ਹੋ ਜਾਂਦੀਆਂ ਨੇ। ਬਿਲਸ ਭਰਤੇ, ਆਹ ਵਾਲਾ ਬਿੱਲ ਭਰਨਾ ਹੈ, ਗਰੋਸਰੀ ਲੈ ਕੇ ਆਉਣੀ ਹੈ, ਖਾਣਾ ਕੀ ਹੈ, ਇਹ ਵਾਲੀਆਂ ਕਨਵਰਸੇਸ਼ਨਸ ਰਹਿ ਜਾਂਦੀਆਂ। ਪਰ ਇਹ ਕਨਵਰਸੇਸ਼ਨ ਦੇ ਵਿੱਚ ਕਿਤੇ ਨਹੀਂ ਆਉਂਦਾ ਵੀ ਤੁਸੀਂ ਕਿਵੇਂ ਫੀਲ ਕਰ ਰਹੇ ਹੋ। ਜੇ ਹੁਣ ਤੁਸੀਂ ਸੋਚੋ ਵੀ ਅੱਜ ਘਰ ਜਾ ਕੇ ਇਹ ਗੱਲ ਕਰਨ ਲੱਗ ਜਾਓ ਹਸਬੈਂਡ ਵਾਈਫ, ਤੁਸੀਂ ਅੱਜ ਸੋਚੋ ਵੀ ਅੱਜ ਤਾਂ ਮੈਂ ਇਹ ਬ੍ਰੇਕ ਕਰ ਦੇਣੀ ਹੈ ਇਹ ਚੀਜ਼, ਤੇ ਮੈਂ ਤੁਸੀਂ ਜਾ ਕੇ ਪੁੱਛੋ ਵੀ ਤੂੰ ਕਿਵੇਂ ਫੀਲ ਕਰ ਰਹੀ ਹੈ, ਤੂੰ ਠੀਕ ਹੈ? ਤੁਹਾਡੀ ਵਾਈਫ ਨੂੰ ਵੀ ਇੱਕਦਮ ਲੱਗਣਾ ਵੀ ਆਹ ਕੀ ਹੋ ਗਿਆ, ਇਹ ਕਿਹੋ ਜਿਹੇ ਸਵਾਲ ਪੁੱਛੇ ਜਾ ਰਹੇ ਨੇ। ਮੈਨੂੰ ਲੱਗਦਾ ਅਸੀਂ ਉਸ ਸਟੇਜ ਦੇ ਉੱਤੇ ਆ ਗਏ ਹਾਂ। ਸੋ ਅੱਜ ਜਿਹੜੀ ਗੱਲਬਾਤ ਹੈ ਜੀ ਉਹ ਉਸ ਲੋਨਲੀਨੈਸ ਬਾਰੇ ਹੋਣੀ ਹੈ ਜਿਹਦੇ ਬਾਰੇ ਗੱਲ ਹੁੰਦੀ ਨਹੀਂ ਜਾਂ ਉਹ ਦਿਖਾਈ ਨਹੀਂ ਦਿੰਦੀ। ਲੋਨਲੀਨੈਸ ਇਨਸਾਈਡ ਅ ਮੈਰਿਜ, ਜਿੱਥੇ ਕਪਲ ਇਕੱਠਾ ਰਹਿ ਰਿਹਾ ਪਰ ਫਿਰ ਵੀ ਇਕੱਲਾ। ਉਹਦੇ ਰੀਜ਼ਨਸ ਕੀ ਹੈਗੇ ਨੇ, ਕਿਉਂ ਇਹ ਹੁੰਦਾ ਕਿ ਤੁਸੀਂ ਜਿਵੇਂ ਮੈਂ ਕਿਹਾ ਬੈੱਡ ਸ਼ੇਅਰ ਕਰ ਰਹੇ ਹੋ, ਬਿੱਲ ਸਪਲਿਟ ਕਰ ਰਹੇ ਹੋ, ਇੱਕ ਦੂਜੇ ਦੇ ਨਾਲ ਡਿਨਰ ਟੇਬਲ 'ਤੇ ਬੈਠੇ ਹੋ, ਪਰ ਫਿਰ ਵੀ ਅੰਦਰੋਂ ਤੁਸੀਂ ਕੰਪਲੀਟ ਨਹੀਂ ਹੋ, ਅੰਦਰੋਂ ਤੁਸੀਂ ਅਲੋਨ ਹੋ। ਉਹਦਾ ਕਾਰਨ ਕੀ ਹੈ? ਔਰ ਇੱਕ ਰਿਸਰਚ ਵੀ ਆਈ ਹੈ, ਉਹਦੇ ਵਿੱਚ ਵੀ ਇਹੀ ਜ਼ਿਕਰ ਹੋਇਆ ਕਿ 30% ਆਫ ਮੈਰਿਡ ਪੀਪਲ ਜਿਹੜੇ ਨੇ ਉਹ ਰਿਪੋਰਟ ਕਰਦੇ ਨੇ ਕਿ ਅਸੀਂ ਲੋਨਲੀ ਫੀਲ ਕਰਦੇ ਹਾਂ ਇੱਕੋ ਛੱਤ ਦੇ ਥੱਲੇ ਰਹਿੰਦੇ ਹੋਏ ਆਪਣੇ ਪਾਰਟਨਰ ਦੇ ਨਾਲ। ਅਜਿਹਾ ਕਿਉਂ ਹੈ? ਇਸ ਗੱਲ ਬਾਰੇ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ ਜੀ। ਸਾਡੇ ਨਾਲ ਇੱਕ ਵਾਰੀ ਫੇਰ
ਸਾਡੇ ਭਾਈਚਾਰੇ ਦੇ ਮਸ਼ਹੂਰ ਵਕੀਲ ਪੁਨੀਤ ਸੰਦਰ ਸ਼ਾਮਲ ਹੋ ਰਹੇ ਨੇ, ਕਿਉਂਕਿ ਵਕੀਲ ਨੇ, ਇਹਨਾਂ ਕੋਲ ਸ਼ਾਇਦ ਅਜਿਹੇ ਕੇਸ ਵੀ ਆਉਂਦੇ ਹੋਣਗੇ, ਬੈਟਰ ਤਰੀਕੇ ਨਾਲ ਇਸ ਚੀਜ਼ ਨੂੰ ਸਮਝ ਸਕਦੇ ਨੇ ਕਿ ਜਿਹੜੀ ਡਿਫਿਕਲਟੀਜ਼ ਨੇ ਰਿਲੇਸ਼ਨਸ਼ਿਪਸ ਦੇ ਵਿੱਚ ਜਾਂ ਜਿਹੜੀ ਲੋਨਲੀਨੈਸ ਹੈ, ਕਿ ਵਿਆਹੁਤਾ ਬੰਦਿਆਂ ਦੇ ਵਿੱਚ ਵੀ ਇਹ ਹੋ ਸਕਦਾ ਵੀ ਇੱਕ ਬੰਦਾ ਲੋਨਲੀ ਮਹਿਸੂਸ ਕਰਦਾ ਹੋਵੇ। ਸੁਣਨ ਦੇ ਵਿੱਚ ਬਹੁਤ ਅਜੀਬ ਲੱਗਦਾ, ਪਰ ਇਹ ਇੱਕ ਸੱਚਾਈ ਹੈ। ਅੱਜ ਇਸੇ ਸੱਚਾਈ ਬਾਰੇ ਗੱਲਬਾਤ ਕਰਾਂਗੇ। ਪੁਨੀਤ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। Thank you very much, Jasmine ji. Thank you for having me here. And again, not as a lawyer, but ਆਪਾਂ ਇਹ discussions ਕਰੀ ਦੀਆਂ as a person of the society. And I'm so glad ਕਿ we come up with very innovative and different and sometimes difficult topics. ਬਿਲਕੁਲ, ਤਾਂ ਹੀ ਮੈਂ ਕਹਿੰਦੀ ਹੁੰਦੀ ਹਾਂ ਵੀ ਸਾਡਾ ਜਿਹੜੇ ਸੈਗਮੈਂਟ ਦਾ ਨਾਮ ਹੈ ਨਾ, ਮੈਂ ਵੰਸ਼ਿਕਾ ਨਾਲ ਵੀ ਡਿਸਕਸ ਕਰਦੀ ਸੀ, ਅਨਕੰਫਰਟੇਬਲ ਟਾਕ ਰੱਖ ਦੇਣਾ ਚਾਹੀਦਾ, ਜਿਹਦੇ ਬਾਰੇ ਅਕਸਰ ਗੱਲ ਨਹੀਂ ਹੁੰਦੀ। ਔਰ ਕਈ ਵਾਰੀ ਇਹ ਵੀ ਹੁੰਦਾ ਪੁਨੀਤ, ਤੁਸੀਂ ਉਸ ਵਿਸ਼ੇ ਬਾਰੇ ਗੱਲ ਕਰਦੇ ਹੋ ਨਾ, ਫਿਰ ਕਈ ਵਾਰੀ ਤੁਹਾਨੂੰ ਸੁਣਨਾ ਵੀ ਪੈਂਦਾ ਵੀ ਇਹ ਪਤਾ ਨਹੀਂ ਕਿਉਂ ਇਸ ਵਿਸ਼ੇ ਨੂੰ ਜ਼ਿਆਦਾ ਉਲਾਰ ਰਹੇ ਨੇ, ਲੇਕਿਨ ਸੋਸਾਇਟੀ ਦੀ ਨੀਡ ਹੈ। ਰਿਸਰਚ ਵੀ ਆਈ ਹੈ ਇਹਦੇ ਉੱਤੇ। ਹੁਣ ਮੈਂ ਤੁਹਾਨੂੰ ਦੱਸਾਂ ਵੀ ਰਿਲੇਸ਼ਨਸ਼ਿਪਸ ਤੇ ਸਾਈਕੋਲੋਜੀ ਦੀ ਰਿਸਰਚ ਇੱਕ ਹੋਈ ਹੈ। ਉਸ ਰਿਸਰਚ ਦੇ ਵਿੱਚ ਇਹ ਦੱਸਿਆ ਗਿਆ ਵੀ ਰਿਲੇਸ਼ਨਸ਼ਿਪ ਦੇ ਅੰਦਰ ਜਦੋਂ ਲੋਨਲੀਨੈਸ ਹੈਗੀ ਹੈ, ਉਹ ਉਦੋਂ ਫੀਲ ਹੁੰਦੀ ਹੈ ਜਦੋਂ ਫੋਰ ਐਗਜ਼ਾਮਪਲ ਮੈਨੂੰ ਜੋ ਇਮੋਸ਼ਨਲ ਕਨੈਕਸ਼ਨ ਚਾਹੀਦਾ, ਜੋ ਮੈਨੂੰ ਮਿਲ ਰਿਹਾ ਉਹ ਮੇਰੇ ਉਸ ਇਮੋਸ਼ਨਲ ਕਨੈਕਸ਼ਨ ਦੇ ਵਿੱਚ ਗੈਪ ਹੈ। ਜੋ ਮੈਨੂੰ ਮਿਲ ਰਿਹਾ ਉਹ ਡਿਫਰੈਂਟ ਹੈ, ਜੋ ਮੈਨੂੰ ਚਾਹੀਦਾ ਉਹ ਡਿਫਰੈਂਟ ਹੈ। ਇਹਨੂੰ ਹੁਣ ਅੱਜ ਕੱਲ੍ਹ ਦੇ ਬੱਚੇ ਤਾਂ ਕਹਿ ਦਿੰਦੇ ਆ ਲਵ ਲੈਂਗੁਏਜ, ਹੈ ਨਾ। ਸੋ ਇਹ ਡਿਫਰੈਂਟ ਹੋ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਗੱਲ ਹੈ ਜਿਹੜੀ ਰਿਸਰਚ ਹੋਈ ਹੈ? ਇਹ ਐਗਰੀ ਕਰਦੇ ਹੋ ਤੁਸੀਂ ਇਹਦੇ ਨਾਲ? Yeah, well, ਪਹਿਲੀ ਗੱਲ ਤਾਂ research ਹੋਈ ਹੈ, so the stats cannot lie. But I think ਜੇ ਆਪਾਂ generally ਵੀ ਗੱਲ ਕਰੀਏ, I'm sure it is true. Because I think even happy couples ਦੇ ਵਿੱਚ ਵੀ ਬਹੁਤ ਵਾਰੀ phases ਆਉਂਦੇ ਆ when you feel lonely, when you feel alone. And unhappy couples 'ਚ ਤਾਂ ਬਹੁਤ ਜ਼ਿਆਦਾ percentage ਹੋਏਗੀ ਉਹ। And I think ਜਿਹੜਾ topic ਹੈਗਾ ਹੈ, ਉਹ question ਇਹ ਹੈ ਕਿ ਸਾਡੀ ਸੋਸਾਇਟੀ ਦੀ ਪਰਸੈਪਸ਼ਨ ਟੂਵਰਡਸ ਕਪਲਸ ਕੀ ਹੈ। ਜੇ ਉਹ ਕਪਲਸ ਨੇ, ਅਨਲੈਸ ਦੇ ਆਰ ਡਿਵੋਰਸਡ, ਵੀ ਅਸਿਊਮ ਵੀ ਉਹ ਹੈਪੀ ਨੇ। ਐਂਡ ਆਈ ਥਿੰਕ ਇਹ ਰਿਸਰਚ ਨੇ ਇਹੀ ਚੀਜ਼ ਸਰਫੇਸ ਤੇ ਲੈ ਕੇ ਆਉਂਦੀ ਹੈ ਕਿ ਜਸਟ ਬਿਕਾਜ਼ ਯੂ ਆਰ ਲਿਵਿੰਗ ਅੰਡਰ ਦ ਸੇਮ ਰੂਫ ਐਂਡ ਤੁਸੀਂ ਸੋਸਾਇਟੀ ਦੇ ਸਾਰੇ ਨੋਰਮਸ ਫੋਲੋ ਕਰ ਰਹੇ ਹੋ ਐਜ਼ ਅ ਹਸਬੈਂਡ ਵਾਈਫ ਔਰ ਐਜ਼ ਅ, ਅੱਜ ਕੱਲ੍ਹ ਤਾਂ ਚਲੋ ਲਿਵ ਇਨ ਪਾਰਟਨਰਸ ਕਹਿ ਲਓ, ਨਾਟ ਨੈਸੈਸਰੀਲੀ ਮੈਰਿਡ ਪਾਰਟਨਰਸ ਬਟ ਮੋਰ ਸੋ ਮੈਰਿਡ ਪਾਰਟਨਰਸ। ਜੇ ਤੁਸੀਂ ਐਜ਼ ਮੈਰਿਡ ਪਾਰਟਨਰਸ ਇਕੱਠੇ ਰਹਿ ਰਹੇ ਹੋ ਐਂਡ ਬਾਹਰ ਇਕੱਠੇ ਆਉਂਦੇ ਹੋ ਜਾਂਦੇ ਹੋ, we don't realize ਕਿ ਉਹਦਾ ਮਤਲਬ ਵੀ ਇਹ ਹੋ ਸਕਦਾ ਕਿ ਉਹ ਨਾ ਖੁਸ਼ ਨੇ। ਬਿਲਕੁਲ ਹੋ ਸਕਦਾ। ਯੈਸ, ਉਹੀ ਹੈ ਕਿ ਉਹ ਜਿਹੜੀ ਲਵ ਲੈਂਗੁਏਜ ਵਾਲੀ ਟਰਮ ਹੈ ਉਹ ਸਾਡੀ ਜਨਰੇਸ਼ਨ ਤੇ ਘੱਟ ਲਾਗੂ ਹੁੰਦੀ ਹੈ। ਜੀ। ਅੱਛਾ, ਬਹੁਤ ਵਾਰੀ ਇਸ ਰਿਸਰਚ ਦੇ ਵਿੱਚ ਜਿਹੜੀ ਇੱਕ ਚੀਜ਼ ਹਾਈਲਾਈਟ ਕੀਤੀ ਗਈ ਹੈ ਪੁਨੀਤ, ਅਫੇਅਰਸ ਦੀ ਗੱਲ ਕੀਤੀ ਗਈ ਹੈ, ਐਕਸਟਰਾ ਮੈਰਿਟਲ ਅਫੇਅਰਸ ਦੀ ਗੱਲ ਕੀਤੀ ਗਈ ਹੈ। ਉਹ ਕਹਿੰਦੇ ਵੀ ਜ਼ਰੂਰੀ ਨਹੀਂ ਹੈ ਜਦੋਂ ਅਫੇਅਰ ਹੁੰਦਾ ਕਿਸੇ ਦਾ ਵੀ, ਮੇਲ ਔਰ ਫੀਮੇਲ, ਉਹ ਅਟਰੈਕਸ਼ਨ ਉਹਦੇ ਪਿੱਛੇ ਇੱਕ ਰੀਜ਼ਨ ਹੋਵੇ ਜਾਂ ਸੈਕਸ ਉਹਦੇ ਪਿੱਛੇ ਰੀਜ਼ਨ ਹੋਵੇ। ਉਹ ਕਹਿੰਦੇ ਬਹੁਤ ਸਾਰੇ ਕੈਨੇਡੀਅਨਸ ਨੇ ਜਿਹੜੇ ਲੋਨਲੀਨੈਸ ਫੀਲ ਕਰਦੇ ਨੇ, ਉਹਦਾ ਬਿਗੇਸਟ ਰੀਜ਼ਨ ਇਹੀ ਹੈ ਉਹਨਾਂ ਦੇ ਬਾਹਰ ਐਕਸਟਰਾ ਮੈਰਿਟਲ ਅਫੇਅਰ ਦਾ ਕਹਿ ਲਓ, ਜਾਂ ਕਿਤੇ ਬਾਹਰ ਚਲੇ ਜਾਣਾ, ਜਾਂ ਆਪਣੇ ਪਾਰਟਨਰ ਤੋਂ ਕਿਨਾਰਾ ਕਰ ਲੈਣਾ, ਕਿਉਂਕਿ ਉਹ ਅੰਦਰੋਂ ਬਹੁਤ ਲੋਨਲੀ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕਿੱਥੇ ਜਾਣਾ। ਸੋ ਜਿੱਥੋਂ ਵੀ ਉਹਨਾਂ ਨੂੰ ਫਿਰ ਉਹੋ ਜਿਹੀ ਅਟਰੈਕਸ਼ਨ ਮਿਲਦੀ ਹੈ, ਉਸ ਚੀਜ਼ ਵੱਲ ਉਲਝ ਜਾਂਦੇ ਨੇ। ਜੀ, ਆਮ ਸ਼ੋਰ ਦੈਟਸ ਟਰੂ ਐਜ਼ ਵੈਲ, ਬਿਕਾਜ਼ ਉਹੀ ਗੱਲ ਕਿ ਜਦੋਂ ਤਾਂ ਆਪਾਂ ਯੰਗਰ ਕਪਲਸ ਹੈ, ਰਾਈਟ, ਬਿਫੋਰ ਮੈਰਿਜ ਫੋਰ ਐਗਜ਼ਾਮਪਲ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਵਿੱਚ ਪਿਆਰ ਘੱਟ ਗਿਆ, ਯੂ ਹੈਵ ਐਨ ਆਪਸ਼ਨ ਟੂ ਮੂਵ ਔਨ। ਜਦੋਂ ਤੁਸੀਂ ਵਿਆਹਤਾ ਕਪਲ ਹੁੰਦੇ ਹੋ, ਮੇਬੀ ਫॉर द फर्स्ट several years, understanding better hai, but over time you're living with the same person, right, morning and evening. And I think ਦੂਜੀ ਗੱਲ ਇਹਦੇ 'ਚ, and we'll touch on it maybe in the following questions, ਕਿ ਆਪਾਂ ਜਦੋਂ ਕਹੀਦਾ ਪਿਆਰ ਘੱਟ ਗਿਆ, ਪਿਆਰ ਦੀ ਡੈਫੀਨੇਸ਼ਨ ਕੀ ਹੈ? ਪਿਆਰ ਦੀ ਡੈਫੀਨੇਸ਼ਨ ਸਿਰਫ ਫਿਜ਼ੀਕਲ ਇੰਟੀਮੇਸੀ ਨਹੀਂ ਹੈ। ਪਿਆਰ ਦੀ ਡੈਫੀਨੇਸ਼ਨ ਸਿਰਫ ਹਗਿੰਗ ਐਂਡ ਗਿਵਿੰਗ ਈਚ ਅਦਰ ਅ ਕਿਸ ਔਨ ਦ ਚੀਕ ਨਹੀਂ ਹੈ। ਪਿਆਰ ਦੀ ਡੈਫੀਨੇਸ਼ਨ ਹੈਗੀ ਆ ਓਵਰ ਟਾਈਮ। ਇਨ ਦ ਬਿਗਨਿੰਗ ਇਟ ਇਜ਼ ਰੋਮਾਂਸ, right, you're together, ਤੁਹਾਡੇ 'ਚ physical attraction ਵੀ ਹੈਗੀ ਆ, that is also a primary goal that you're achieving from a partner. There is love, there is romance, which could mean getting flowers, kissing here and there, holding hands and hugging. But I think over time you're living more as partners, and your expectation from each other ਉਹ ਜ਼ਿਆਦਾ ਹੁੰਦੀ ਹੈ, for a lack of a better word, but ਦੋਸਤੀ। and ਉਹਦੇ 'ਚ most important ਜਿਹੜਾ ਪਿਆਰ ਦੀ definition from getting flowers and taking out to dinners and getting gifts, ਉਹਦੇ ਤੋਂ change ਹੋ ਜਾਂਦੀ ਆ towards showing care, showing affection, showing that your partner exists
ਫॉर ਯੂ ਤੁਹਾਡੇ ਪਾਰਟਨਰ ਨੂੰ ਇਹ ਲੱਗ ਰਿਹਾ ਵੀ ਤੁਸੀਂ ਐਗਜ਼ਿਸਟ ਕਰ ਰਹੇ ਹੋ ਐਂਡ ਹਾਊ ਇਜ਼ ਦੈਟ ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਅਰਲੀਅਰ ਕੰਮ ਤੋਂ ਆਏ ਸ਼ਾਮ ਨੂੰ ਹਾਊ ਵਾਜ਼ ਯੂਰ ਡੇ ਅੱਜ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਵਾਟ ਹੈਪਨਡ ਔਰ ਯੂ ਨੋ ਵਾਟ ਆਈ ਥਿੰਕ ਅੱਜ ਯੂ ਹੈਵ ਟੂ ਮਚ ਔਨ ਯੂਰ ਪਲੇਟ ਲੈਟ ਮੀ ਟੇਕ ਕੇਅਰ ਆਫ ਦ ਡਿਨਰ ਟੁਡੇ ਜਾਂ 2 ਦਿਨ ਹੋ ਗਏ ਆਮ ਸੀਇੰਗ ਬੱਚੇ ਬਿਮਾਰ ਨੇ and you know let me handle this ਅੱਜ ਰਾਤ ਨੂੰ I'm going to take care of the child ਜਾਂ you know you're aging, you're hitting your menopause for example. For women our age that's a huge issue. You know what, ਮੈਨੂੰ ਕੋਈ knowledge ਨਹੀਂ ਹੈ ਇਹਦੇ ਬਾਰੇ because ਸਾਡੇ parents ਨੇ ਕਦੀ ਉਹਦੀ discussion ਨਹੀਂ ਕੀਤੀ. I'm going to put in some time and energy to understand what it is. ਤੈਨੂੰ ਕੀ help ਦੀ ਲੋੜ ਹੈ, ਕੀ ਮੈਂ provide ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ in non menopause cases. I think ਉਹ ਡੈਫੀਨੇਸ਼ਨ ਉਸ ਏਜ ਤੇ ਜ਼ਿੰਦਗੀ ਦੇ ਮੈਰਿਡ ਲਾਈਫ ਤੇ ਪਿਆਰ ਦੀ ਡੈਫੀਨੇਸ਼ਨ ਉਹ ਹੋ ਜਾਂਦੀ ਹੈ. ਯੈਸ, ਇਟਸ ਨਾਟ ਜਸਟ ਵਾਟ ਟਰਾਂਸਲੇਟਸ ਇਨ ਬੈਡ, ਇਟਸ ਹਾਊ ਯੂ ਆਰ ਟਰੀਟਡ ਥਰੂ ਆਊਟ ਦ ਡੇ. ਪਰ ਜਦੋਂ ਇਹ ਡੈਫੀਨੇਸ਼ਨ ਨਹੀਂ ਚੇਂਜ ਹੁੰਦੀ, ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਜਿਹੜਾ ਪਿਆਰ ਹੈਗਾ ਉਹ ਯੰਗ ਏਜ ਦੇ ਵਿੱਚ ਉਹੀ ਹੋ ਗਿਆ, ਗਿਫਟਸ ਲੈਣੇ, ਬਾਰ ਡੇਟਸ ਤੇ ਜਾਣਾ, ਹੌਲੀ ਹੌਲੀ ਉਹ ਪਿਆਰ ਦੀ ਡੈਫੀਨੇਸ਼ਨ ਬਦਲ ਕੇ ਉਸ ਤੇ ਆ ਜਾਂਦੀ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ. ਪਰ ਜਦੋਂ ਪੁਨੀਤ ਇਹ ਸਾਰੀਆਂ ਗੱਲਾਂ ਨਹੀਂ ਹੁੰਦੀਆਂ, ਜਦੋਂ ਪਿਆਰ ਦੀ ਡੈਫੀਨੇਸ਼ਨ ਤਾਂ ਬਦਲ ਜਾਂਦੀ ਹੈ ਪਰ ਉਹ ਗੱਲਾਂ ਸਿਰਫ ਬਿਲਸ ਤੱਕ, ਬੱਚਿਆਂ ਦੀ ਸਟੱਡੀ ਤੱਕ, ਸਿਰਫ ਮਾਂ ਪਿਓ ਦੀ ਟੇਕ ਕੇਅਰ ਤੱਕ, ਇੱਥੇ ਤੱਕ ਹੀ ਸੀਮਤ ਰਹਿੰਦੀਆਂ, ਫਿਰ ਉੱਥੇ ਹਿੱਟ ਹੁੰਦੀ ਹੈ ਲੋਨਲੀਨੈਸ. 100%. ਯੈਸ, 30% ਆਫ ਮੈਰਿਡ ਪੀਪਲ ਇਹ ਰਿਪੋਰਟ ਕਰਦੇ ਨੇ ਵੀ ਅਸੀਂ ਲੋਨਲੀ ਫੀਲ ਕਰਦੇ ਹਾਂ, ਚਾਹੇ ਕਿ ਅਸੀਂ ਆਪਣੇ ਪਾਰਟਨਰ ਦੇ ਨਾਲ ਇੱਕੋ ਛੱਤ ਥੱਲੇ ਰਹਿ ਰਹੇ ਹਾਂ. ਔਰ ਇਹ ਰਿਸਰਚ ਕਹਿ ਰਹੀ ਹੈ, ਇਹ ਮੈਂ ਨਹੀਂ ਕਹਿ ਰਹੀ. ਪੁਨੀਤ, ਇੱਕ ਨਾ ਕੈਨੇਡੀਅਨ ਮੈਨਸ ਹੈਲਥ ਫਾਊਂਡੇਸ਼ਨ ਦੀ ਵੀ ਰਿਪੋਰਟ ਆਈ ਹੈਗੀ ਆ. ਉਹਨਾਂ ਦੇ ਮੁਤਾਬਿਕ ਉਹਨਾਂ ਨੇ ਇਹ ਕਿਹਾ, ਉਹਦੇ ਵਿੱਚੋਂ ਕੋਟ ਐਂਡ ਕੋਟ ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਕਿਸੇ ਇਨਸਾਨ ਦੀ ਪੂਰੀ ਦੁਨੀਆ ਸਿਰਫ ਆਪਣੇ ਪਾਰਟਨਰ ਤੇ ਫੈਮਿਲੀ ਤੱਕ ਹੀ ਸੀਮਤ ਹੋ ਜਾਂਦੀ ਹੈ ਤਾਂ ਰਿਲੇਸ਼ਨਸ਼ਿਪਸ ਦੇ ਅੰਦਰ ਲੋਨਲੀਨੈਸ ਹੋਰ ਜ਼ਿਆਦਾ ਵੱਧ ਜਾਂਦੀ ਹੈ. ਕਹਿੰਦੇ ਕਿਉਂਕਿ ਜੇ ਮੰਨ ਲਓ ਕਿ ਇੱਕ ਰਿਸ਼ਤਾ ਹੈ, ਉਹ ਉੱਥੇ ਕੋਈ ਇਮੋਸ਼ਨਲ ਸਪੋਰਟ ਹੈ ਨਹੀਂ, ਉਸੇ ਰਿਸ਼ਤੇ ਤੱਕ ਉਹ ਸੀਮਤ ਹੈਗੇ ਹੈ. ਕਹਿੰਦੇ ਫਿਰ ਹੌਲੀ ਹੌਲੀ ਇੱਦਾਂ ਲੱਗਣ ਲੱਗ ਜਾਂਦਾ ਦੂਜੇ ਇਨਸਾਨ ਨੂੰ ਵੀ ਕੋਈ ਮੈਨੂੰ ਸਮਝ ਹੀ ਨਹੀਂ ਪਾ ਰਿਹਾ. ਸੋ ਜਿਹੜੀ ਕੈਨੇਡੀਅਨ ਮੈਨਸ ਹੈਲਥ ਫਾਊਂਡੇਸ਼ਨ ਹੈਗੀ ਹੈ ਜੀ, ਉਹਨਾਂ ਨੇ ਇਹਨੂੰ ਹੋਰ ਨੈਰੋ ਡਾਊਨ ਕਰਕੇ ਕਾਫੀ ਕੁਝ ਦੱਸਿਆ. ਉਹਦੇ ਅੰਦਰ ਫਰੈਂਡਸ਼ਿਪ ਇਨਫਰਾਸਟਰਕਚਰ ਦਾ ਜ਼ਿਕਰ ਕੀਤਾ ਹੈ, ਰਿਲੇਸ਼ਨਸ਼ਿਪ ਬੇਸਡ ਆਈਸੋਲੇਸ਼ਨ ਦਾ ਜ਼ਿਕਰ ਕੀਤਾ, ਕਾਫੀ ਚੀਜ਼ਾਂ ਜ਼ਿਕਰ ਕੀਤੀਆਂ ਨੇ. ਸੋ ਇਹ ਜਿਹੜੇ ਕਹਿੰਦੇ ਨੇ, ਕਹਿੰਦੇ ਵੀ ਜਦੋਂ ਬੇਸਿਕਲੀ ਇਹਨਾਂ ਦਾ ਇਹ ਕਹਿਣਾ, ਹੁਣ ਹਸਬੈਂਡ ਹੈ ਜਾਂ ਵਾਈਫ ਹੈ, ਜੇ ਉਹਦਾ ਕੋਈ ਫਰੈਂਡ ਨਹੀਂ, ਕੋਈ ਸੋਸ਼ਲ ਸਰਕਲ ਹੈ ਨਹੀਂ, ਉਹ ਇੱਕੋ ਬੰਦੇ ਦੇ ਉੱਤੇ ਡਿਪੈਂਡ ਹੈ, ਉਹ ਬੰਦਾ ਵੀ ਉਹਨੂੰ ਸਮਝ ਨਹੀਂ ਰਿਹਾ, ਫਿਰ ਉਹਦੇ ਵਿੱਚ ਉਹੋ ਜਿਹੀਆਂ ਫੀਲਿੰਗਸ ਨੇ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਮੈਂ ਤਾਂ ਬਹੁਤ ਇਕੱਲਾ, ਭਾਈ ਮੈਨੂੰ ਤਾਂ ਕੋਈ ਸਮਝਦਾ ਨਹੀਂ, ਮੇਰੇ ਕੋਲ ਤਾਂ ਕੁਝ ਸ਼ੇਅਰ ਕਰਨ ਲਈ ਹੈ ਨਹੀਂ. ਸੋ ਦਿਸ ਬ੍ਰਿੰਗਸ ਅਸ ਬੈਕ ਅਪ. ਇੱਕ ਵਾਰੀ ਇੱਕ ਆਪਣੇ ਸ਼ੋਅ ਤੇ ਟੌਪਿਕ ਕੀਤਾ ਸੀ ਗਰਲਫ੍ਰੈਂਡਸ, ਰਾਈਟ, ਉੱਥੇ ਆਉਂਦਾ. ਦਿਸ ਬ੍ਰਿੰਗਸ ਅਸ ਬੈਕ ਟੂ ਦੈਟ. ਐਂਡ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ to have other relationships in your life as well, because family ਤਾਂ ਚਲੋ ਤੁਹਾਡੇ ਬੱਝੇ ਹੋਏ relationships ਨੇ, ਉਹ ਤਾਂ you're born with those relationships or you marry into those relationships, but ਜਿਹੜੇ ਦੋਸਤੀ ਦਾ relationship ਹੈ ਤੁਸੀਂ by choice carry on ਕਰਦੇ ਹੋ. And I think ਬਹੁਤ studies ਨੇ, ਬਹੁਤ articles ਲਿਖੇ ਹੋਏ ਨੇ ਕਿ especially for midlife people ਜਿਹੜੇ generally suffer with marital loneliness as well when you're in your mid-40s onwards, I think it is very important to have those relationships. If you feel unfulfilled, ਤੁਹਾਡੀਆਂ friends cannot substitute your partner, but they can make you happy. ਐਂਡ ਆਈ ਥਿੰਕ ਸੇਮ ਕੌਨਸੈਪਟ ਜਾਂਦਾ ਹੈ, ਨਾਟ ਨੈਸੈਸਰੀਲੀ ਜਿਵੇਂ ਆਪਾਂ ਕਈ ਵਾਰ ਕਹੀਦਾ ਨਾ ਵੀ ਜਿਹੜੀਆਂ ਮਾਵਾਂ ਨੇ ਬਸ ਮੁੰਡਿਆਂ ਤੇ ਹੀ ਔਰ ਬੱਚਿਆਂ ਨੂੰ ਰੇਜ਼ ਕਰਨ ਤੇ ਜ਼ੋਰ ਲਾਇਆ, ਐਂਡ ਦੈਨ ਵੈਨ ਦ ਬॉयਜ਼ ਗੈਟ ਮੈਰਿਡ ਦੇਰ ਇਜ਼ conflict between the daughter-in-law and the mother-in-law. Why? Because for you, everything was your son. And ਹੁਣ ਤੁਸੀਂ ਉਹ ਕਿਸੇ ਹੋਰ ਦੀ ਲਾਈਫ ਦਾ ਇੰਪੋਰਟੈਂਟ ਹਿੱਸਾ ਬਣ ਗਿਆ, ਤੁਹਾਡੇ ਤੋਂ ਡੀਲ ਨਹੀਂ ਕਰ ਹੁੰਦਾ. lot of times those issues arise because of that. So I think same principle apply ਹੁੰਦਾ ਮੈਰਿਜਸ ਤੇ as well. ਜੇ ਤੁਸੀਂ ਆਪਣਾ ਦਾਇਰਾ ਬਿਲਕੁਲ ਇੱਕ ਬੰਦੇ ਲਈ ਰੱਖ ਲਿਆ, and even if ਤੁਹਾਡਾ ਪਾਰਟਨਰ ਕੇਅਰਿੰਗ ਪਾਰਟਨਰ ਹੈ 24/7, 20, 30, 40 years of marriage, you can always not perform at the same level. So it's very important, I think, you're not being fair to your partner by only having your partner as your relationship in your life. Because ਕਈ ਵਾਰੀ ਤੁਸੀਂ ਉਹਨਾਂ ਨੂੰ ਵੀ ਸਾਥ ਦਿਓ. ਅੱਜ ਹੁਣ ਮੈਂ ਆਪਣੇ ਦੋਸਤਾਂ ਦੇ ਨਾਲ ਬਾਹਰ ਜਾ ਰਿਹਾ, ਉਹਨਾਂ ਨਾਲ ਟਾਈਮ ਸਪੈਂਡ ਕਰਨਾ, ਜਾਂ ਮੈਂ ਆਪਣੀਆਂ ਫਰੈਂਡਸ ਨਾਲ ਬਾਹਰ ਜਾ ਰਹੀ ਹਾਂ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ. ਇਫ ਇਟਸ ਜਸਟ ਯੂ ਐਂਡ ਯੋਰ ਹਸਬੈਂਡ ਔਰ ਵਾਈਫ ਇਨ ਦ ਤੁਸੀਂ ਇਮੈਜਿਨ ਕਰੋ ਤੁਸੀਂ ਇੱਕ ਦੂਜੇ ਤੇ ਕਿੰਨਾ ਪ੍ਰੈਸ਼ਰ ਪਾ ਰਹੇ ਹੋ ਇੱਕ ਦੂਸਰੇ ਨੂੰ ਖੁਸ਼ ਰੱਖਣ ਲਈ. ਬਿਲਕੁਲ ਬਿਲਕੁਲ. ਔਰ ਬਹੁਤ ਸਾਰੇ ਕਪਲਸ ਦਾ ਪੁਨੀਤ ਇਹ ਵੀ ਕਹਿਣਾ ਹੈ, ਉਹ ਕਹਿ ਦਿੰਦੇ ਆ, ਹੁਣ ਜਿਵੇਂ ਕਿ ਆਪਾਂ ਕਿਹਾ ਨਾ ਵੀ ਬਹੁਤ ਲੋਕ ਤਾਂ ਜ਼ਿਕਰ ਨਹੀਂ ਕਰਦੇ ਇਸ ਚੀਜ਼ ਦਾ, ਲੇਕਿਨ ਹੁਣ ਜਿਹੜੇ ਓਪਨ ਨੇ, ਜਿਹੜੇ ਸਮਝ ਗਏ ਨੇ ਇਸ ਚੀਜ਼ ਨੂੰ, ਉਹ ਕਹਿ ਦਿੰਦੇ ਨੇ, ਕਹਿੰਦੇ ਅਸੀਂ ਗੁੱਡ ਰੂਮਮੇਟਸ ਹੈਗੇ ਆ. ਕਪਲ ਤਾਂ ਹੈ
ਹਾਂ, ਅਸੀਂ ਹਸਬੈਂਡ ਵਾਈਫ ਹਾਂ, ਪਰ ਵੀ ਆਰ ਰੀਅਲੀ ਗੁੱਡ ਰੂਮਮੇਟਸ। ਸਾਡੇ 'ਚ ਉਵੇਂ ਕਪਲਸ ਵਾਂਗੂ ਕੁਝ ਹੈ ਨਹੀਂ। ਸਾਨੂੰ ਪਤਾ ਹੈ ਇੱਕ ਦੂਜੇ ਨੂੰ, ਜਦੋਂ ਅਸੀਂ ਬਾਹਰ ਜਾਂਦੇ ਹਾਂ ਇਹਨੇ ਕਿਹੜੀ ਕੌਫੀ ਪੀਣੀ ਹੈ, ਮੈਂ ਇਹਦਾ ਕੌਫੀ ਆਰਡਰ ਕਰ ਸਕਦਾ, ਜਾਂ ਕੋਈ ਚੀਜ਼ ਇਹਨੂੰ ਪਤਾ, ਮੈਨੂੰ ਇਹਨੂੰ ਪਸੰਦ, ਇਹਦੀ ਨਾ ਪਸੰਦ ਪਤਾ, ਪਰ ਸਾਨੂੰ ਇਹ ਨਹੀਂ ਪਤਾ ਵੀ ਇੱਕ ਦੂਜੇ ਦੇ ਦਿਮਾਗ ਦੇ ਵਿੱਚ, ਦਿਲੋਂ ਦਿਮਾਗ ਦੇ ਵਿੱਚ ਚੱਲ ਕੀ ਰਿਹਾ। ਔਰ ਅਸੀਂ ਇੱਕ ਦੂਜੇ ਲਈ ਇੰਨੀ ਅਫੈਕਸ਼ਨ ਨਹੀਂ, ਆਪ ਨਹੀਂ ਉਹ ਐਕਟ ਕਰ ਪਾ ਰਹੇ ਕਿ ਅਸੀਂ ਇੱਕ ਦੂਜੇ ਲਈ ਅਫੈਕਸ਼ਨ ਦਿਖਾ ਸਕੀਏ, ਰਾਈਟ? ਆਈ ਥਿੰਕ ਉਹ ਸਿਚੁਏਸ਼ਨਸ ਉਹ ਨੇ ਜਿੱਥੇ ਯੂ ਹੈਵ ਲੋਸਟ, ਅਗੇਨ ਲਵ ਦੀ ਪਰਿਭਾਸ਼ਾ ਬਦਲ ਗਈ ਹੈ, ਨੀਦਰ ਆਫ ਦ ਪਾਰਟਨਰ ਇਜ਼ ਸ਼ੋਇੰਗ ਇਟ ਟੂ ਦੀ ਅਦਰ, ਬਟ you do not want to leave each other, so you're just living like roommates, ਤੇ ਤੁਸੀਂ ਦਿਨ ਕੱਟ ਰਹੇ ਹੋ। I think in that case, well, ਇੱਕ important condition ਤੇ ਇਹ ਹੋਏਗੀ ਵੀ ਤੁਹਾਡੀ ਇੱਛਾ ਕੀ ਹੈ, but rather than just living your life as roommates, find ways to bring it back. as ਇੱਕ ਵਾਰੀ ਮੈਂ ਕਿਸੇ ਦੇ ਨਾਲ ਗੱਲ ਕਰਦੇ ਸੀਗੇ, ਕਿਸੇ ਦਾ 65th ਬਰਥਡੇ ਸੀ, ਐਂਡ ਉੱਥੇ ਗੱਲ ਹੋ ਰਹੀ ਸੀ, ਉਹ ਕਹਿੰਦੇ find a passion that both of you can do together at that age in your life. I'm 48, right? Apni age, early 50s, same thing. Why can't you find something that both of you can do together? It could be just going on a walk. It could be a yoga class. It could be interest for music. It could be hiking. Could be just, fishing, kuch bhi. ਇਹੋ ਜਿਹੀਆਂ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ, ਬਿਕਾਜ਼ ਇਨ ਦ ਬਿਗਨਿੰਗ ਤੁਹਾਡੇ 'ਚ ਐਨਰਜੀ ਵੀ ਹੁੰਦੀ ਹੈ, ਐਂਡ ਤੁਹਾਡਾ ਐਡਰੇਨਾਲਿਨ ਡਿਫਰੈਂਟ ਹੁੰਦਾ ਜੇ ਅੱਜ ਚਲੋ ਡਿਨਰ 'ਤੇ ਚੱਲੀਏ, ਲੈਟਸ ਗੋ ਫॉर ਡਿਨਰ, ਔਰ ਲੈਟਸ ਮੇਕ ਅ ਟ੍ਰਿਪ, ਲੈਟ ਮੀ ਗੈਟ ਯੂ ਗਿਫਟ। 10 20 30 years into your marriage, ਉਹ ਚੀਜ਼ਾਂ ਗਿਫਟ ਭਾਵੇਂ ਤੁਸੀਂ ਲੈ ਵੀ ਆਓ, ਦੇ ਨਾਟ ਗੋਇੰ ਟੂ ਗਿਵ ਯੂਰ ਪਾਰਟਨਰ ਦ ਸੇਮ ਐਕਸਾਈਟਮੈਂਟ। ਆਈ ਥਿੰਕ ਦ ਐਕਸਾਈਟਮੈਂਟ ਇਜ਼ ਕੰਪੈਨੀਅਨਸ਼ਿਪ, friendship, where you are able to be with each other, you are able to notice ਦੂਜੇ ਦੀਆਂ ਕੀ ਜ਼ਰੂਰਤਾਂ ਨੇ, and make them feel comfortable and better as well. Exactly what we get from our girlfriends. ਇੱਦਾਂ ਲੱਗਦਾ ਨਾ ਜਿਵੇਂ ਜਦੋਂ ਪਿਆਰ ਦੇ ਰਿਸ਼ਤੇ ਦੀ ਆਪਾਂ ਪੁਨੀਤ ਗੱਲ ਕਰਦੇ ਹਾਂ, ਉਹ ਦੋਸਤੀ ਤੋਂ ਹੀ ਸ਼ੁਰੂ ਹੁੰਦਾ। ਪਹਿਲਾਂ ਦੋਸਤੀ ਹੋਈ ਹੁੰਦੀ ਹੈ, ਦੋਸਤੀ ਤੋਂ ਪਿਆਰ ਦਾ ਰਿਸ਼ਤਾ ਬਣਦਾ, ਫਿਰ ਹੌਲੀ ਹੌਲੀ ਅਗੇਨ ਉਹ ਦੋਸਤੀ 'ਤੇ ਹੀ ਚਲਾ ਜਾਵੇ। ਆਈ ਥਿੰਕ ਉਹਦੇ 'ਚ ਮਾੜੀ ਗੱਲ ਨਹੀਂ, ਲੇਕਿਨ ਐਟਲੀਸਟ ਦੋਸਤੀ 'ਤੇ ਤਾਂ ਜਾਵੇ। ਉਹ ਇਹ ਨਾ ਹੋਵੇ ਨਾ ਵੀ ਉਹਦੇ 'ਚੋਂ ਪਿਆਰ ਵੀ ਮਾਈਨਸ ਹੋ ਗਿਆ, ਉਹਦੇ 'ਚੋਂ ਦੋਸਤੀ ਵੀ ਮਾਈਨਸ ਹੋ ਗਈ, ਤੁਸੀਂ ਰੂਮਮੇਟਸ ਦੀ ਤਰ੍ਹਾਂ ਇੱਕ ਦੂਜੇ ਨਾਲ ਰਹਿ ਰਹੇ ਹੋ। ਸੋ ਰੂਮਮੇਟਸ ਦੋਸਤ ਨਹੀਂ ਹੈ, ਰੂਮਮੇਟਸ ਇਜ਼ ਜਸਟ ਐਨ ਅਰੇਂਜਮੈਂਟ। ਤੁਸੀਂ ਜਦੋਂ ਡੋਰਮ ਸ਼ੇਅਰ ਕਰਦੇ ਹੋ, ਯੂ ਸਮਟਾਈਮਸ ਗੈਟ ਅ ਗੁੱਡ ਰੂਮਮੇਟ, ਸਮਟਾਈਮਸ ਯੂ ਡੋਂਟ। ਜੇ ਉਹ ਰੂਮਮੇਟ ਦੀ ਰਿਲੇਸ਼ਨਸ਼ਿਪ ਫਰੈਂਡਸ਼ਿਪ ਨਾਲ ਬਦਲ ਜਾਂਦੀ, ਤੁਸੀਂ ਉਹ ਇੰਜੋਏ ਕਰਦੇ ਹੋ ਕੰਪੈਨੀਅਨਸ਼ਿਪ। ਸੋ ਸੇਮ ਥਿੰਗ ਗੋਜ਼ ਇਨਟੂ I actually always say, ਮੈਂ ਤਾਂ ਜਿੱਦਾਂ ਹਮੇਸ਼ਾ ਸਾਰਿਆਂ ਨੂੰ ਕਹੀਦਾ ਵੀ find a partner who is your very good friend, because the romance is important, physical intimacy is very important, but at some stage in your life ਉਹ most important ਨਹੀਂ ਰਹਿ ਜਾਣਾ। It is still important in your life, but important ਕੀ ਰਹਿਣਾ ਤੁਹਾਨੂੰ ਜੋੜੀ ਕਿਸ ਚੀਜ਼ ਨੇ ਰੱਖਣਾ? friendship। And in partners, that friendship is not just giving each other company, it's also caring, just like what we do for our friends. ਸਾਡੀਆਂ ਸਹੇਲੀਆਂ ਹੁੰਦੀਆਂ, ਦੋਸਤ ਹੁੰਦੇ, ਕੋਈ ਔਖੇ ਟਾਈਮ ਜਾਂਦਾ, ਮਾੜੇ ਜਾਂਦਾ, ਅਸੀਂ ਫਟਾਫਟ ਆ ਜੀਦਾ ਸਪੋਰਟ ਕਰਨ ਲਈ, to make the other person feel that you're important and you exist. ਬਿਲਕੁਲ। ਐਂਡ ਜੇ ਤੁਸੀਂ ਘਰ ਦੇ ਵਿੱਚ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਦੂਜਾ ਤੁਹਾਡਾ ਪਾਰਟਨਰ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਦੋਨੋਂ ਹੀ ਹੋ ਸਕਦੇ ਨੇ, ਕਿ ਉਹਦਾ ਦਿਨ ਕਿਹੋ ਜਿਹਾ ਅੱਜ ਰਿਹਾ, ਉਹਦੇ ਦਿਲੋਂ ਦਿਮਾਗ ਦੇ ਵਿੱਚ ਕੀ ਕੋਈ ਸਟਰਗਲ ਤਾਂ ਨਹੀਂ ਚੱਲ ਰਹੀ, ਉਹ ਕੀ ਸੋਚ ਰਿਹਾ ਜਾਂ ਸੋਚ ਰਹੀ ਹੈ। ਜੇ ਦੂਸਰੇ ਪਾਰਟਨਰ ਨੂੰ ਪਤਾ ਹੀ ਨਹੀਂ ਹੈ ਪੁਨੀਤ, ਫਿਰ ਉੱਥੇ ਰੂਮਮੇਟ ਦਾ ਹੀ ਰਿਸ਼ਤਾ ਹੈ, ਫਿਰ ਉੱਥੇ ਤਾਂ ਕੋਈ ਹੋਰ ਰਿਸ਼ਤਾ ਹੈ ਨਹੀਂ। ਐਂਡ ਆਈ ਥਿੰਕ ਬਹੁਤ ਇੰਪੋਰਟੈਂਟ ਕੀ ਟੂ ਮੇਨਟੇਨ ਦੈਟ is communication. I think most important, because a lot of times ਤੁਸੀਂ unintentionally ਨਾ ਬਹੁਤ individuals ਦੇ ਵਿੱਚ ਜਾਂ ਬਹੁਤ couples 'ਚ or even family relationships 'ਚ ਤੁਸੀਂ ਗੱਲ ਨਹੀਂ ਕਰਦੇ। I mean ਗੱਲ in the sense ਆਪਸ 'ਤੇ ਗੱਲ ਕਰਦੇ ਹੋ, ਤੁਸੀਂ issues address ਨਹੀਂ ਕਰਦੇ, ਚਲ ਕੋਈ ਨਹੀਂ। We are either out of laziness or out of lack of tact to have a good communication, or ਆਦਤ ਪਈ ਹੈ ਚਲੋ ਕਾਰਪੇਟ ਦੇ ਥੱਲੇ ਵੜ ਲਓ। I think ਸਭ ਤੋਂ ਸੌਖਾ ਟੂਲ ਹੈ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਡਜ਼ਨਟ ਮੀਨ ਵੀ ਲੜਨ ਲੱਗ ਪਓ। ਬਹੁਤ ਮੈਂ ਆਪਣੇ ਐਕਸਪੀਰੀਅੰਸ ਤੋਂ ਦੇਖਿਆ, whether it is your marriage or family relationships or work relationships or friendships or even customers, having a good communication solves 99% of the problem, or ਉਹ issue ਹੁੰਦਾ ਵੀ ਨਹੀਂ, ਬਣਦਾ ਹੀ ਨਹੀਂ, when you're able to communicate, because a lot of times we just keep assuming things in our mind, ਇਹਨੇ ਅੱਜ ਮੈਨੂੰ ਅੱਜ ਪੁੱਛਿਆ ਕਿਉਂ ਨਹੀਂ, and the other person's probably thinking ਵੀ ਇਹ ਥੱਕਿਆ ਅੱਜ ਇਹਨਾਂ ਨਾਲ ਗੱਲ ਕਰੀਏ। And if you feel that once, if you feel that twice, going up and telling your partner, you know what, I would have preferred if
you had done this. Not, there's a difference between complaining and communication. And if your partner is receptive, you know what, you're right. Maybe next time I'll be more mindful. Problem solved. Expectations ਅਸੀਂ ਅੰਦਰ ਹੀ ਵਾੜੀ ਰੱਖੀ ਦੀਆਂ ਦੱਸ ਦਿੱਤਾ ਜਾਏ ਤਾਂ ਬੈਟਰ ਗੱਲ ਹਾਂ ਕਿਉਂਕਿ ਮੈਂ ਇਦਾਂ ਐਕਸਪੈਕਟ ਕਰਦੀ ਆ ਮੇਰੇ ਨਾਲ ਤੂੰ ਇਸ ਤਰੀਕੇ ਨਾਲ ਗੱਲ ਕਰੀ ਆ ਮੈਨੂੰ ਆਹ ਚੀਜ਼ ਚੰਗੀ ਲੱਗਦੀ ਹੈ ਤੂੰ ਮੇਰੇ ਲਈ ਆਹ ਕਰ ਦੇ ਹਸਬੈਂਡ ਵਾਈਫ ਦੋਨੋਂ ਹੀ ਮੈਨੂੰ ਲੱਗਦਾ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਅਰੇ ਕਾਲ ਸੈਂਟਰਾਂ 'ਚ ਅਸੀਂ ਹਜ਼ਾਰਾਂ ਕਾਲਾਂ ਲਈਦੀਆਂ ਨੇ ਕਿਉਂ ਲਈਦੀਆਂ ਵੀ ਕਸਟਮਰ ਤੁਸੀਂ ਸਾਡੀ ਸਰਵਿਸ ਤੋਂ ਖੁਸ਼ ਹੋ ਆਪਾਂ what can we do different to make you happy right we do the same in our businesses I run a business I put in so much effort in making sure my clients are happy we do the same thing when we are providing any service why cannot we incorporate the same concept in our relationship? It's very important to once in a while have that communication. And again, there's a difference. Mere marna, tane marna, tu to hai hi mada, tere rishta aahi, tu har wari yahi karda hai. That is different. But to say, you know what, do you think this, what is it that I can do? And it could be very small things like, jo tumhe kare aani hai, yaar just ask me how my day was. Yeah, you know what, Praneet? Some days I don't want to talk. Just it's okay if I don't want to sit with you. Just leave me alone. I want to just have some me time. Simple things like that. ਉਹ communicate ਨਹੀਂ ਕਰਾਂਗੇ ਤੇ ਸਮਝਾਂਗੇ ਨਹੀਂ ਔਰ good communication ਇਹ ਵੀ ਬਹੁਤ ਜ਼ਰੂਰੀ ਹੈ ਕਿ ਹਾਂ ਕਿਹੜੀ conversation ਤੁਸੀਂ ਕਰ ਰਹੇ ਹੋ ਜਿਵੇਂ ਤੁਸੀਂ ਕਿਹਾ ਤਾਨੇ ਮੇਨੇ ਮਾਰਨ ਵਾਲੀ ਜਾਂ ਗੱਲ ਕਰਨ ਵਾਲੀ ਮਸਲਾ ਹੱਲ ਕਰਨ ਵਾਲੀ ਔਰ ਮੈਨੂੰ ਲੱਗਦਾ ਕਈ ਵਾਰੀ ਨਾ ਯੰਗ ਜਨਰੇਸ਼ਨਸ ਜਿਹੜੀ ਸਾਡੀ ਅੱਗੇ ਜੈਨਜ਼ੀ ਜਨਰੇਸ਼ਨ ਹੈ ਇਹਨਾਂ ਨੇ ਬੜੀਆਂ ਇਦਾਂ ਦੀਆਂ ਜਿਹੜੀਆਂ ਟਰਮਸ ਨੇ ਨਾ ਉਹ ਵਧੀਆ ਬਣਾਈਆਂ ਹੁਣ ਜਿਹੜੀ ਲਵ ਲੈਂਗੁਏਜਸ ਹੈ ਇਹ ਇਹੀ ਹੈ ਪੁਨੀਤ ਦੀ ਲਵ ਲੈਂਗੁਏਜ ਕੀ ਹੈ ਸ਼ਾਇਦ ਉਹਨੂੰ ਇੰਨਾ ਹੀ ਪਸੰਦ ਹੈ ਕਿ ਮੈਨੂੰ ਕੋਈ ਪੁੱਛ ਲੇ ਵੀ ਹਾਊ ਵਾਸ ਯੂਰ ਡੇ ਹੈ ਨਾ when I was in my 20s it would have been come give me a big hug maybe on a special day get me some flowers maybe gifts too maybe let's go out for dinner now it's different now it's just a side hug and making sure I'm okay if I'm tired today you know what don't worry about dinner we'll figure something else out or you're stressed jawak to the khoon chus rahe ne let me handle that or you know what aj sleep in today that's okay I'll take care of this ਛੋਟੇ ਜੈਸਚਰਸ ਨੇ ਜਿਹੜੇ ਤੁਹਾਡੇ ਰਿਸ਼ਤੇ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਨੇ ਕਸਟਮਰ ਸੈਟੀਸਫੈਕਸ਼ਨ ਪਰ ਗੱਲ ਉਹੀ ਹੈ ਨਾ ਮੁੱਕਦੀ ਫਿਰ ਉਹ ਜੈਸਚਰਸ ਕਰਨ ਲਈ ਐਫਰਟ ਤਾਂ ਕਰਨਾ ਪੈਣਾ ਨਾ ਜੇ ਤੁਸੀਂ ਇਹ ਸੋਚੋ ਵੀ ਮੈਂ ਤਾਂ ਕੁਝ ਕਰਨਾ ਹੀ ਨਹੀਂ ਦੂਜਾ ਬੰਦਾ ਜਿੰਨਾ ਮਰਜ਼ੀ ਬੋਦਰਡ ਹੈ ਫਿਰ ਤਾਂ ਤੁਹਾਨੂੰ ਫਿਰ ਤਾਂ ਰਿਸ਼ਤਾ ਪਾਰਟਨਰਸ਼ਿਪ ਨਹੀਂ ਨਾ ਹੋਈ ਫਿਰ ਪਾਰਟਨਰਸ਼ਿਪ ਫਿਰ ਤਾਂ ਰੂਮਮੇਟ ਹੈ ਫਿਰ ਤਾਂ ਸੈਲਫਿਸ਼ਨੈਸ ਹੈ ਹਾਂ ਬਿਲਕੁਲ ਪੁਨੀਤ ਆਪਾਂ ਗੱਲ ਕਰਦੇ ਹਾਂ ਇਮੋਸ਼ਨਲ ਇੰਟੀਮੇਸੀ ਦੀ ਹੈ ਨਾ ਬਹੁਤ ਸਾਰੇ ਲੋਕ ਹਮੇਸ਼ਾ ਕਹਿ ਦਿੰਦੇ ਆ ਵੀ ਇਮੋਸ਼ਨਲ ਇੰਟੀਮੇਸੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਹੈ ਨਾ ਜੇ ਆਪਾਂ ਕਹਾਂ ਵੀ ਮੈਂ ਖੁਦ ਇਹਦੀ ਡੈਫੀਨੇਸ਼ਨ ਦੇਣੀ ਚਾਹਾਂ ਸ਼ਾਇਦ ਆਪਾਂ ਵੀ ਕਨਫਿਊਜ਼ ਹੋ ਜਾਵਾਂਗੇ ਔਰ ਲੋਕਾਂ ਨੂੰ ਜੋ ਕੋਈ ਇਮੋਸ਼ਨਲ ਇੰਟੀਮੇਸੀ ਨਾ ਬੜੀ ਵਾਰੀ ਸਗੋਂ ਕਈ ਵਾਰੀ ਗੱਲਾਂ ਬਾਤਾਂ ਵੀ ਹੋਣ ਇਹ ਵੀ ਕਹਿ ਦਿੰਦੇ ਨੇ ਵੀ ਪਹਿਲਾਂ ਕਿਹੜੀਆਂ ਇਹੋ ਜਿਹੀਆਂ ਇਮੋਸ਼ਨਲ ਚੀਜ਼ਾਂ ਹੁੰਦੀਆਂ ਸੀ ਜੀ ਸਾਡੇ ਪੇਰੈਂਟਸ ਦੇ ਵਿੱਚ ਤਾਂ ਕੋਈ ਇਮੋਸ਼ਨਲ ਇੰਟੀਮੇਸੀ ਨਹੀਂ ਸੀਗੀ ਠੀਕ ਹੈ ਆਪਾਂ ਤੁਸੀਂ ਫਿਜ਼ੀਕਲ ਇੰਟੀਮੇਸੀ ਦਾ ਜ਼ਿਕਰ ਕੀਤਾ ਦੈਟ ਇਜ਼ ਇੰਪੋਰਟੈਂਟ ਪਰ ਇਮੋਸ਼ਨਲ ਇੰਟੀਮੇਸੀ ਤਾਂ ਬਹੁਤ ਟੌਪ ਤੇ ਆਉਂਦੀ ਹੈ ਜੇ ਕਪਲਸ ਦੇ ਵਿੱਚ ਇਹੀ ਹੈ ਨਹੀਂ ਫਿਰ ਤਾਂ ਜਿਹੜੇ ਡਿਫਰੈਂਸਿਸ ਨੇ ਉਹ ਪੈਣੇ ਹੀ ਪੈਣੇ ਨੇ ਬਿਲਕੁਲ ਜਿਹੜੇ ਕਹਿੰਦੇ ਨੇ ਨਾ ਵੀ ਸਾਡੇ ਮਾਪਿਓ ਦੀ ਜਨਰੇਸ਼ਨ ਤੇ ਸੀਗੀ ਨਹੀਂ ਤੇ ਫਿਰ ਉਹਨਾਂ ਨੂੰ ਫੋਨ ਕਰਕੇ ਪੁੱਛੋ ਵੀ ਉਹ ਕਿੰਨੇ ਖੁਸ਼ ਸੀ ਨਹੀਂ ਸੀ ਖੁਸ਼ ਪਲੱਸ ਉਹਨਾਂ ਦੀਆਂ ਮਜਬੂਰੀਆਂ ਹੋਰ ਸੀ women who were very unhappy in the marriages ਉਹਨਾਂ ਕੋਲ ਕੋਈ ਆਪਸ਼ਨ ਨਹੀਂ ਸੀ I think ਉਸ ਜਨਰੇਸ਼ਨ 'ਚ ਮੈਜੋਰਿਟੀ ਮੈਰਿਜਸ ਸਪੈਸ਼ਲੀ ਹੋਮ ਮੇਕਰ women ਤੇ ਬਹੁਤ ਅਨਹੈਪੀ ਸੀਗੇ because ਉਦੋਂ ਹਜੇ society ਇੰਨੀ aware ਵੀ ਨਹੀਂ ਸੀਗੀ thankfully over time ਹੁਣ I must give credit to the male gender as well I mean credit ਤੇ ਨਹੀਂ but this is where they should have been to begin with but ਉਹਨਾਂ ਦੀ ਗਲਤੀ ਨਹੀਂ ਹੈ generationally ਉਹਨਾਂ ਨੂੰ ਵੀ ਨਹੀਂ ਸਮਝਾਇਆ ਗਿਆ ਉਹਨਾਂ ਨੇ ਆਪਣੇ ਪਿਓਾਂ ਤੋਂ ਸਿੱਖਿਆ ਉਹਨਾਂ ਨੇ ਆਪਣੇ ਪਿਓਾਂ ਤੋਂ ਸਿੱਖਿਆ I think our men are becoming very aware of you know emotionally treating their partners well I think our generation is raising our sons very well ਮੁੰਡਿਆਂ ਨੂੰ ਅਸੀਂ ਅਕਲ ਦੇਈ ਦੀ ਹੈ how to treat their girlfriends and how to behave with other women and shows like ours ਆਵੇ ਦੇਖੋ ਤਾਂ ਕਿੰਨਾ ਵਧੀਆ ਐਗਜ਼ਾਮਪਲ ਹੈ that as much as pushback ਕਦੀ ਮਿਲਦੀ ਹੈ but society wants to talk about these topics ਇਹ ਥੋੜਾ ਜਿਹਾ easy ਹੋ ਗਿਆ conversations ਕਰਨੀਆਂ ਹੈ ਨਾ so I think that credit we do give but to say ਪਹਿਲਾਂ ਕਿਹੜਾ ਹੁੰਦਾ ਸੀ ਹੁਣ ਤੁਹਾਨੂੰ ਕੀ ਲੋੜ ਪੈ ਗਈ ਹੈ ਨਾ ਪਹਿਲਾਂ ਤੇ ਔਰਤਾਂ ਕੰਮ ਵੀ ਨਹੀਂ ਸੀ ਕਰਦੀਆਂ ਹੁਣ ਜ਼ਰੂਰਤ ਹੈਗੀ ਹੈ ਜ਼ਿੰਦਗੀ ਦੀ ਕਿ ਯੂ ਨੋ ਦੋਨੋਂ ਅਰਨਿੰਗ ਹੈਂਡ ਚਾਹੀਦੇ ਨੇ ਸੋ same way to say ਕਿ emotional intimacy ਪਹਿਲਾਂ ਨਹੀਂ ਸੀ ਇਸ ਕਰਕੇ ਹੁਣ ਉਹਦੀ ਲੋੜ ਨਹੀਂ ਹੈ that is for again for the lack of a better word full on BS right
ਪਹਿਲਾਂ ਹਰੇਕ ਦੇ ਘਰੇ ਕਾਰਾਂ ਵੀ ਨਹੀਂ ਸੀ ਹੁੰਦੀਆਂ, ਹੁਣ ਹੈਗੀਆਂ ਨੇ। ਅਸੀਂ ਇੰਨਾ ਫਲਾਈ ਵੀ ਨਹੀਂ ਸੀ ਕਰਦੇ, ਹੁਣ ਕਰਦੇ ਆ। ਪਹਿਲਾਂ ਤਾਂ ਸ਼ਿਮਲਾ 10 ਸਾਲਾਂ 'ਚ ਇੱਕ ਵਾਰੀ ਚਲੇ ਜਾਈਦਾ ਸੀ, ਹੁਣ ਕੋਈ ਸਵਿਟਜ਼ਰਲੈਂਡ ਜਾਂਦਾ, ਕੋਈ। ਥਿੰਗਸ ਚੇਂਜ ਵਿਦ ਟਾਈਮ ਐਂਡ ਇਹ ਤੇ ਨੀਡਸ ਨੇ। ਦੀਜ਼ ਵਰ ਆਲਵੇਜ਼ ਦ ਨੀਡਸ ਆਫ ਦ ਇੰਡੀਵਿਜੂਅਲ। ਪਹਿਲਾਂ ਉਹਨਾਂ ਨੂੰ ਇੰਪੋਰਟੈਂਸ ਨਹੀਂ ਸੀ ਦਿੱਤੀ ਜਾਂਦੀ। ਬਟ ਆਈ ਥਿੰਕ ਯੂ ਨੋ ਐਬਸੋਲੂਟਲੀ ਅਗੇਨ unless you're a very young person in a young relationship, maybe at that time physical intimacy is more important than emotional intimacy. But I think as you progress in a relationship, for you to have a good physical intimacy, I think how you're treated during the day, how you're respected is how it translates. And more so for women. ਇੱਕ ਵਾਰੀ ਮੈਂ ਕੋਈ ਆਈ ਥਿੰਕ ਕੋਈ ਸ਼ੋਅ ਸੀ ਜਾਂ ਕਿਤੇ ਮੈਂ ਪੜ੍ਹਿਆ, ਐਂਡ ਅਗੇਨ ਦੈਟ ਵਾਜ਼ ਉਹ ਕੌਂਟੈਕਸਟ ਸੀਗਾ ਗਰਲਫ੍ਰੈਂਡ ਬॉयਫ੍ਰੈਂਡ ਦੇ ਕੌਂਟੈਕਸਟ ਦੇ ਵਿੱਚ, ਯੰਗਰ ਕਪਲ, ਕਿਉਂਕਿ ਇੰਡੀਆ ਦੇ ਵਿੱਚ ਫਿਜ਼ੀਕਲ ਇੰਟੀਮੇਸੀ ਬਿਫੋਰ ਮੈਰਿਜ ਵਾਜ਼ ਅ ਵੈਰੀ ਅਨਐਕਸੈਪਟੇਬਲ ਟੋਪਿਕ। ਤੇ ਉਹ ਕਹਿੰਦੇ ਸੀ ਕਿ ਅ ਬॉय ਗਿਵਸ ਲਵ to his girlfriend to get sex. The girlfriend gives sex to the boyfriend to get love. Right? And if you think of it, it's the way both genders approach a relationship and intimacy. But I think in married life, inu je assi same context de vich na laiye, but in married life, I think for both, but more so for women, because women are more expressive and emotional, men are not as much. The way you are treated on a regular basis is how you'll have a physical bond as well. Otherwise, that will also be an exercise. Bilkul, yes. You know? And that could mean something, again, very little. It doesn't need to be gifts and presents. It could be something very little as understanding what your partner is going through, noticing what their needs are, not just kare aage acha okay aaj khana ki banaiye te swere uth ke kaam te chale gaye. Spending time together, paying attention to what their needs are. Maybe their parents need help, maybe they ਪੇਕਿਆਂ ਦੇ ਸਾਈਡ ਤੇ ਇਸ਼ੂ ਹੈ, ਔਰ ਈਵਨ for the wife for that matter, husbands ਦੇ family ਦੀਆਂ ਕੀ obligations ਨੇ, how to support him. Those are the little things how you give each other respect, right? And that is a way for your partner to feel, okay, ਜੇ ਮੇਰਾ partner ਮੇਰੀ family ਦੀ ਇੱਜ਼ਤ ਕਰ ਰਿਹਾ, ਇਹ ਮੈਨੂੰ respect ਦੇ ਰਿਹਾ, I will feel so loved and I would want to give so much love back to my partner for that. ਜੇ ਇਹ ਰਿਅਲਾਈਜ਼ ਕਰ ਰਿਹਾ ਕਿ ਅੱਜ ਮੈਂ ਥੱਕੀ ਹੋਈ ਹਾਂ, ਜਾਂ ਇਹ ਰਿਅਲਾਈਜ਼ ਕਰ ਰਹੀ ਹੈ ਕਿ ਅੱਜ ਉਹ ਕੰਮ ਤੋਂ ਆਇਆ ਥੱਕਿਆ ਹੋਇਆ, what can I do to keep stress away from them? ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੋਣੀ ਪੁਨੀਤ। ਫਿਰ ਤਾਂ ਇਹੋ ਜਿਹੇ ਟੌਪਿਕ ਕਰਨ ਦੀ ਲੋੜ ਹੀ ਨਹੀਂ ਪੈਣੀ ਜੇ ਸਾਰਿਆਂ 'ਚ ਇੰਨੀ ਇਮੋਸ਼ਨਲ ਇੰਟੈਲੀਜੈਂਸ ਆ ਜਾਏ। ਹੈ ਨਹੀਂ ਨਾ, ਹਾਂ, ਬਟ ਆਈ ਥਿੰਕ ਹੋਣੀ ਚਾਹੀਦੀ ਹੈ। ਆਈ ਥਿੰਕ ਵੀ ਡੋਂਟ ਗਿਵ ਇਮੋਸ਼ਨਲ ਇੰਟੈਲੀਜੈਂਸ much credit. ਇੱਕ ਨਾ ਮੂਵੀ ਮੇਰੀ one of my most favorite movies, ਦਿਲ ਧੜਕਨੇ ਦੋ, ਪ੍ਰਿਯੰਕਾ ਚੋਪੜਾ ਦੀ ਜਿਹੜੀ ਕਰੂਜ਼ ਵਾਲੀ ਮੂਵੀ ਹੈ, ਉਹਦਾ ਇੱਕ ਸੀਨ ਹੈ when she's telling her parents that I cannot live with him, I want to get divorced. ਤੇ ਉਹਦੀ ਸੱਸ ਨੂੰ ਪੁੱਛਦੀ ਹੈ ਵੀ ਇਹ ਕੁੱਟਦਾ ਮਾਰਦਾ ਤੈਨੂੰ? She says no. ਇਹਦਾ ਅਫੇਅਰ ਹੈ ਕਿਸੇ ਦੇ ਨਾਲ? She says no. ਇਹ ਤੈਨੂੰ ਪੈਸੇ ਨਹੀਂ ਖਰਚਣ ਨੂੰ ਦਿੰਦਾ? She says no. ਤੇ ਫਿਰ ਪ੍ਰੋਬਲਮ ਕੀ ਹੈ? Right? And I always laugh and I always think about it ਕਿ ਆਪਾਂ generally ਸਮਝਦੇ ਹਾਂ ਵੀ ਇੱਕ ਮੈਰਿਜ ਦੇ ਵਿੱਚ ਜੇ ਕੁੱਟ ਮਾਰਨੀ ਹੈ, ਕੋਈ ਸ਼ਰਾਬ ਨਹੀਂ ਪੀਂਦਾ, ਜਾਂ ਦੇ ਬੋਥ ਫਾਈਨੈਂਸ਼ੀਅਲੀ ਇੰਡੀਪੈਂਡੈਂਟ, ਤਾਂ ਫਿਰ ਇਸ਼ੂ ਕੀ ਹੈ? ਹਾਊ ਕੈਨ ਯੂ ਸੇ ਯੂ ਆਰ ਅਨਹੈਪੀ, ਰਾਈਟ? ਵੱਡੀਆਂ ਚੀਜ਼ਾਂ ਤੇ ਕਦੀ ਕਦੀ ਹੁੰਦੀਆਂ ਨੇ। me and my husband, we always have this conversation. ਵੱਡੀਆਂ ਚੀਜ਼ਾਂ ਤੇ it's easy to do. ਰੋਜ਼ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮਲਟੀਪਲ ਟਾਈਮਸ ਹੁੰਦੀਆਂ ਨੇ that make each other show how much you care for each other. ਸੋ ਛੋਟੀਆਂ ਚੀਜ਼ਾਂ ਤੇ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਔਰ ਉੱਥੋਂ ਹੀ ਇਹ ਸਾਰੀ ਚੀਜ਼ਾਂ ਦੀ ਫਿਰ ਸ਼ੁਰੂਆਤ ਹੋਣੀ ਹੈ। ਜੇ ਤੁਸੀਂ ਇਮੋਸ਼ਨਲ ਇੰਟੈਲੀਜੈਂਟ ਹੋ, ਜੇ ਤੁਸੀਂ ਇੱਕ ਦੂਜੇ ਦੀਆਂ ਫੀਲਿੰਗਸ ਦੀ ਕੇਅਰ ਕਰਦੇ ਹੋ, ਤੁਹਾਨੂੰ ਪਤਾ ਹੈ ਕਿ ਇਸ ਇਨਸਾਨ ਨੂੰ ਕੀ ਚਾਹੀਦਾ। ਜਿਵੇਂ ਪੁਨੀਤ ਨੇ ਕਿਹਾ ਵੀ ਬਾਹਰੋਂ ਆਏ ਬੰਦੇ ਨੂੰ ਜੇ ਤੁਸੀਂ ਇੱਕ ਚਾਹ ਦਾ ਕੱਪ ਜਾਂ ਪਾਣੀ ਦਾ ਗਲਾਸ ਹੀ ਪੁੱਛ ਲਓ, ਅੱਧੀ ਥਕਾਵਟ ਤਾਂ ਉਹਦੇ ਨਾਲ ਹੀ ਦੂਰ ਹੋ ਜਾਂਦੀ ਹੈ, ਚਾਹੇ ਮੇਲ ਹੈ ਚਾਹੇ ਫੀਮੇਲ ਹੈ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਰਿਸ਼ਤਿਆਂ ਦੇ ਵਿੱਚ ਆਈ ਥਿੰਕ ਬਹੁਤ ਇੰਪੋਰਟੈਂਟ ਹੈਗਾ। ਸੋ ਪੁਨੀਤ, ਇੱਕ ਇਸ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ, ਕਹਿੰਦੇ ਜਦੋਂ ਕਿਸੇ ਇਨਸਾਨ ਨੂੰ ਬਾਰ-ਬਾਰ ਆਪਣੇ ਪਾਰਟਨਰ ਤੋਂ ਛੋਟੀਆਂ-ਛੋਟੀਆਂ ਗੱਲਾਂ ਤੇ ਰਿਜੈਕਸ਼ਨ ਮਹਿਸੂਸ ਹੁੰਦੀ ਹੈ, ਫਿਰ ਹੌਲੀ-ਹੌਲੀ ਉਹ ਕੀ ਕਰਦੇ ਆ ਕਿ ਇਮੋਸ਼ਨਲ ਤੌਰ ਤੇ ਪਿੱਛੇ ਹਟਣਾ ਸ਼ੁਰੂ ਕਰ ਦਿੰਦੇ ਆ। ਇਹ ਵੀ ਵੇਖਿਆ ਆਪਾਂ ਕਪਲਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਤੁਸੀਂ ਬਾਰ-ਬਾਰ ਕੋਈ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਦੂਸਰਾ ਇਨਸਾਨ ਸਮਝ ਨਹੀਂ ਪਾ ਰਿਹਾ, ਤੁਹਾਨੂੰ ਲੱਗਦਾ ਵੀ ਬਾਰ-ਬਾਰ ਤੁਹਾਨੂੰ ਰਿਜੈਕਟ ਕੀਤਾ ਜਾ ਰਿਹਾ, ਤਾਂ ਫਿਰ ਬੰਦਾ ਨੈਚੁਰਲੀ ਇਕੱਲਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ। ਔਰ ਤੁਸੀਂ ਯੂ ਆਰ ਵੈਰੀ ਡਿਸਮਿਸਿਵ। ਜੇ ਤੁਹਾਡਾ ਪਾਰਟਨਰ ਤੁਹਾਨੂੰ ਕੁਝ ਕਹਿ ਰਿਹਾ, ਤੈਨੂੰ ਨਹੀਂ ਪਤਾ, ਆਈ ਨੋ ਬੈਟਰ, ਯੂ ਡੋਨਟ ਨੋ ਦਿਸ। ਕੋਈ ਡਿਸੀਜਨ, ਜੁਆਇੰਟ ਡਿਸੀਜਨ, ਫੈਮਿਲੀ ਡਿਸੀਜਨਸ ਨੇ, ਯੂ ਆਰ ਮੇਕਿੰਗ that decision on your own, not involving your partner. I think obviously after a while and ਜੇ ਤੁਸੀਂ receptive ਨਹੀਂ ਹੈਗੇ ਉਹਨਾਂ ਨੂੰ for your partner to try to explain to you what they want,
over time ਫਿਰ yes you will start distancing ਜੀ yeah ਆਪਾਂ friendships ਚ ਨਹੀਂ ਕਰੀਦਾ ਵੀ ਇਹ ਤਾਂ ਸੁਣਨੀ ਨਹੀਂ ਗੱਲ ਚਲ ਛੱਡੋ ਪਰਾਂ but unintentionally ਤੁਸੀਂ ਪਹਿਲਾਂ distance ਕਰਨ ਲੱਗ ਪੈਂਦੇ ਹੋ to avoid a conflict but ਉਹ ਜਿਹੜਾ distance ਆ ਕਰਦੇ ਕਰਦੇ ਫਿਰ actual distance ਬਣ ਜਾਂਦਾ you have to be very mindful of that as well yeah ਅੱਛਾ ਇੱਕ ਨਾ ਮੈਂ ਪੜ੍ਹ ਰਹੀ ਸੀ ਜਦੋਂ ਇਹ ਪੂਰੀ ਰਿਸਰਚ ਮੈਂ ਪੜ੍ਹੀ ਐਕਚੁਅਲੀ ਇੱਕ ਦੋ ਰਿਸਰਚ ਇਕੱਠੀਆਂ ਹੀ ਸੀਗੀਆਂ ਉਹਦੇ 'ਚ ਇੱਕ ਬੜਾ ਵੱਡਾ ਉਹ ਕਹਿੰਦੇ ਵੀ ਬਿਗੇਸਟ ਰਿਲੇਸ਼ਨਸ਼ਿਪ ਕੁਐਸਚਨ ਜਿਹੜਾ ਹੈਗਾ ਉਹ ਇਹ ਹੈ ਵੀ ਹਰ ਬੰਦਾ ਦੂਜੇ ਨੂੰ ਪੁੱਛਦਾ ਡੂ ਯੂ ਲਵ ਮੀ ਕਹਿੰਦੇ ਸਵਾਲ ਹੋਣਾ ਚਾਹੀਦਾ ਡੂ ਯੂ ਸਟਿਲ ਨੋ ਮੀ 100% ਉਹੀ ਆਪਾਂ ਜਿਵੇਂ ਗੱਲ ਕਰਦੇ ਸੀਗੇ ਵੀ 20-22 ਸਾਲ ਦੇ 19 ਸਾਲ ਦੇ ਹੋ ਡੂ ਯੂ ਲਵ ਮੀ ਤੇ ਆਈ ਲਵ ਯੂ ਸੋ ਮਚ ਮਾਈ ਜਾਨ ਯੂ ਆਰ ਦ ਬੈਸਟ ਇਨ ਦ ਵਰਲਡ ਬਹੁਤ ਖੁਸ਼ੀ ਦੇਗਾ ਤੁਹਾਨੂੰ ਬਟ later years in your marital life, I think, I'm sure everybody would, at least that's how I am. I don't care if my husband doesn't say to me, I love you 20 times in a month, or not even once a month. But one of the actions towards me is what I feel loved by. Like there are days where, ਇਹਨਾਂ ਨੂੰ ਪਤਾ ਹੁੰਦਾ ਵੀ ਅੱਜ office ਬਹੁਤ busy ਹੈ, ਖਪੀ ਨਹੀਂ ਆਉਣਾ. And if I come home and just a simple thing, bete, aaj mom ne aana, she's going to be very tired, just leave her alone. Just come to me if you need help with homework. Choti ji gall hai. That makes me feel okay, mera pata hai. He knows what I need right now. And that gives so much respect towards each other. You feel so much love for your partner. He still knows me, vi aaj mere ki halat hone ne. ਕੁਛ ਮਿੰਟ ਹੈਗੇ ਆ ਜੀ ਆਪਣੇ ਕੋਲ ਗੱਲਬਾਤ ਕਰਨ ਲਈ ਸੋਸ਼ਲ ਮੀਡੀਆ ਕੰਪੈਰੀਜ਼ਨ ਦੀ ਗੱਲਬਾਤ ਕਰਾਂਗੇ ਪੁਨੀਤ ਸੋਸ਼ਲ ਮੀਡੀਆ ਜਿਹੜਾ ਹੈ ਜਦੋਂ ਆਪਾਂ ਦੇਖਦੇ ਹਾਂ ਆਪਾਂ ਖੁਦ ਦੇਖਦੇ ਹਾਂ ਲੋਕ ਦੇਖਦੇ ਨੇ ਤਾਂ ਬੜੀ ਵਾਰੀ ਇਸ ਗੱਲ ਦਾ ਆਪਾਂ ਪਹਿਲਾਂ ਵੀ ਐਕਚੁਅਲੀ ਜ਼ਿਕਰ ਕੀਤਾ ਕਈ ਵਾਰੀ ਕੀ ਹੁੰਦਾ ਕਿ ਦੂਜੇ ਦੀ ਜ਼ਿੰਦਗੀ ਜੋ ਦਿਖਾਈ ਜਾਂਦੀ ਹੈ ਜੋ ABC ਪਰਸਨ ਆਪਣੀ ਜ਼ਿੰਦਗੀ ਸੋਸ਼ਲ ਮੀਡੀਆ 'ਤੇ ਦਿਖਾ ਰਿਹਾ ਮੈਰਿਡ ਲਾਈਫ ਦਿਖਾ ਰਿਹਾ ਆਪਣੇ ਰਿਲੇਸ਼ਨਸ਼ਿਪਸ ਦਿਖਾ ਰਿਹਾ ਉਹ ਦੇਖ ਕੇ ਨਾ ਦੂਸਰੇ ਲੋਕ ਬੜਾ ਇੱਦਾਂ ਮਾਯੂਸ ਫੀਲ ਕਰਦੇ ਨੇ ਬੇਸਿਕਲੀ ਸਾਡੀ ਲਾਈਫ ਨਹੀਂ ਇਹ ਜੀ ਕਈ ਵਾਰੀ ਉਹਨਾਂ ਚੀਜ਼ਾਂ ਕਰਕੇ ਤੁਹਾਡਾ ਆਪਣਾ ਘਰ ਜਿਹੜਾ ਉਹ ਖਰਾਬ ਹੋ ਜਾਂਦਾ ਸੋ ਸੋਸ਼ਲ ਮੀਡੀਆ ਕੰਪੈਰੀਜ਼ਨ ਜਿਹੜਾ ਹੈਗਾ ਇਹਦੇ ਬਾਰੇ ਤੁਹਾਡੇ ਕੀ ਵਿਊਜ਼ ਹੈ ਜੀ ਵੈਲ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਬੰਦਾ ਆਲਰੇਡੀ ਸੈਡ ਹੈ ਐਂਡ ਅਨਹੈਪੀ ਆਪਣੀ ਮੈਰਿਜ obviously looking at somebody else's pictures for example ਭਾਵੇਂ ਉਹ genuine ਹੋਣ ਉਹ ਤੁਹਾਨੂੰ ਜ਼ਿਆਦਾ sad ਕਰਨਗੇ because ਤੁਹਾਨੂੰ ਜ਼ਿਆਦਾ realization ਹੋਏਗੀ ਕਿ ਮੈਂ ਸੱਚੀ ਬਾਕੀਆਂ ਨਾਲੋਂ unhappy ਹਾਂ so it'll elevate your feeling of unhappiness right but we also have to understand ਕਿ a lot of times ਜਿਹੜੀ ਜ਼ਮੀਨੀ ਹਕੀਕਤ ਹੋਰ ਹੁੰਦੀ ਹੈ we also have to understand ਵੀ ਜੇ ਕਿਸੇ ਨੇ ਆਪਣੇ ਕੋਈ ਹੈਪੀ ਮੂਮੈਂਟ ਪੋਸਟ ਕੀਤੀ ਹੈ ਉਹ 365 ਦਿਨਾਂ ਦੀ ਹੈਪੀਐਸਟ ਮੂਮੈਂਟ ਇੱਕ ਵਾਰੀ ਪੋਸਟ ਕੀਤੀ ਹੈ ਜਾਂ ਕਹਿ ਲਓ ਹਫਤੇ ਦੀ ਬੈਸਟ ਮੂਮੈਂਟ ਪੋਸਟ ਕੀਤੀ ਹੈ ਦੈਟ ਇਜ਼ ਨਾਟ ਅ ਰਿਐਲਿਟੀ ਐਵਰੀ ਡੇ you also have those moments in your life you just haven't had a chance to take a picture of that moment and look at it ਸੋ ਕਿਸੇ ਇੱਕ ਦਾ ਇੱਕ ਖੁਸ਼ੀ ਦਾ ਦਿਨ ਮਤਲਬ ਇਹ ਨਹੀਂ ਵੀ ਹਰ ਰੋਜ਼ ਉਹ ਇੰਨਾ ਹੀ ਇੰਜੋਏ ਕਰਦੇ ਨੇ ਆਈ ਐਮ ਸ਼ੋਰ ਉਹਨਾਂ ਦੀ ਜ਼ਿੰਦਗੀ 'ਚ ਵੀ ਅਪਸ ਐਂਡ ਡਾਊਨਸ ਆਉਂਦੀਆਂ ਨੇ ਸੋ ਆਈ ਥਿੰਕ ਉਹ ਰੀਅਲਾਈਜ਼ੇਸ਼ਨ ਬਹੁਤ ਜ਼ਰੂਰੀ ਹੈ ਐਂਡ ਹੁਣ ਤੇ ਬਹੁਤ ਸਾਲ ਹੋ ਗਏ ਸੋਸ਼ਲ ਮੀਡੀਆ ਨੂੰ ਆਈ ਥਿੰਕ ਜੇ ਆਪਾਂ ਹਜੇ ਤੱਕ ਸਿਆਣੇ ਨਹੀਂ ਹੋਏ ਫਿਰ ਆਪਾਂ ਕਦੀ ਵੀ ਨਹੀਂ ਹੋਣਾ ਆਪ ਹੀ ਸਮਝਦਾਰ ਹੋਣ ਦੀ ਲੋੜ ਹੈ ਹੁਣ ਸਾਨੂੰ ਆਪ ਸਿਆਣੇ ਹੋਣ ਦੀ ਲੋੜ ਹੈ ਕਿ ਪਿਕ ਐਂਡ ਚੂਜ਼ ਵੀ ਮਾਲ 'ਚ ਵੀ ਕਿਸੇ ਸਟੋਰ 'ਤੇ ਵੀ ਸਬਜ਼ੀ ਦੇ ਦੁਕਾਨ 'ਤੇ ਵੀ ਤੁਸੀਂ ਜਾਂਦੇ ਹੋ ਸਾਰੇ ਐਪਲ ਸੇਮ ਨਹੀਂ ਹੁੰਦੇ ਸੋਹਣੇ ਸੋਹਣੇ ਉੱਪਰ ਰੱਖੇ ਹੁੰਦੇ ਨੇ ਯੂ ਹੈਵ ਟੂ ਪਿਕ ਐਂਡ ਚੂਜ਼ ਐਂਡ ਟੇਕ ਇਟ ਵਿਦ ਅ ਗ੍ਰੇਨ ਆਫ ਸਾਲਟ ਹੈ ਨਾ ਦੂਜਿਆਂ ਦੀ ਖੁਸ਼ੀ ਲਈ ਖੁਸ਼ ਹੋਵੋ but that doesn't mean ਕਿ ਉਹਨਾਂ ਦੀ ਲਾਈਫ ਪਿਕਚਰ ਪਰਫੈਕਟ ਹੀ ਹੈ and you want yours to be like that ਤੇ ਆਪਣੀ ਖਰਾਬ ਨਾ ਕਰ ਲਓ ਉਹਦੇ ਪਿੱਛੇ ਹਾਂ ਕਿਉਂਕਿ ਤੁਹਾਡੀ ਵੀ ਉਨੀ ਕੁ ਠੀਕ ਤੁਹਾਡੀ ਵੀ ਹੈ ਤੁਸੀਂ ਮੇਬੀ ਉਹ ਕੈਪਚਰ ਕਰਕੇ ਪੋਸਟ ਨਹੀਂ ਕੀਤੀ ਬਿਲਕੁਲ ਅੱਛਾ ਜੇ ਹੁਣ ਅੱਜ ਦਾ ਸ਼ੋਅ ਪੁਨੀਤ ਸੁਣਿਆ ਬਹੁਤ ਸਾਰੇ ਲੋਕਾਂ ਨੇ ਸੁਣਿਆ ਜੇ ਉਹ ਫੀਲ ਕਰ ਰਹੇ ਨੇ ਕਿ ਅਸੀਂ ਆਪਣੇ ਰਿਸ਼ਤੇ ਦੇ ਵਿੱਚ ਇਮੋਸ਼ਨਲੀ ਥੋੜੇ ਜਿਹੇ ਡਿਸਕਨੈਕਟ ਹੋ ਗਏ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਦੀ ਕਨਵਰਸੇਸ਼ਨ ਅੱਜ ਆਪਣੇ ਘਰ ਦੇ ਵਿੱਚ ਕਰਨ ਕਿ ਉਹ ਸ਼ੁਰੂਆਤ ਕੀਤੀ ਜਾ ਸਕੇ ਐਕਚੁਅਲੀ ਦੈਟਸ ਅ ਵੈਰੀ ਗੁੱਡ ਕੁਐਸਚਨ ਜੈਸਮੀਨ ਈਵਨ ਮੈਂ ਵੀ ਨਹੀਂ ਸੀ ਇਹਦੇ ਬਾਰੇ ਸੋਚਿਆ ਕਿ ਆਪਾਂ ਇਹ ਤਾਂ ਕਹਿ ਦਿੱਤਾ ਵੀ ਜੀ ਆਹ ਪ੍ਰੋਬਲਮ ਹੈ ਹੁਣ ਉਹਨੂੰ ਸੋਲਵ ਕਿਵੇਂ ਕਰੀਏ ਆਈ ਐਮ ਨਾਟ ਅ ਸਾਈਕੋਲੋਜਿਸਟ ਬਟ ਆਈ ਕੈਨ ਓਨਲੀ ਸੇ ਫਰਮ ਮਾਈ ਐਕਸਪੀਰੀਅੰਸ ਦੈਟ what has always helped me keep our relationship strong communication and the second part is how to communicate I think jaldbazi nahi for the people who are listening to today's show I think meri salahi hoegi just absorb whatever you've heard on today's show see what applies to you ਉਹਦਾ ਮਤਲਬ ਇਹ ਨਹੀਂ ਵੀ ਬਹਿ ਜਾਓ ਵੀ ਹਾਂ ਯਾਰ ਮੈਂ ਤਾਂ ਮੇਰੀ ਲਾਈਫ 'ਚ ਤਾਂ ਇਮੋਸ਼ਨਲ ਇੰਟੀਮੇਸੀ ਬਿਲਕੁਲ ਜ਼ੀਰੋ ਹੈ but also listen to the part where we say how
things can get better. Don't jump into wanting to talk to your partner today itself. Socho, dekho, analyze karo, see where, put yourself in the other person's shoes as well. Maybe write down. I think it might not be a bad idea to write down 10 things that make you happy and 10 things that actually your partner caused unhappiness to you for. And then see how you can approach it. And it also depends with ਤੁਹਾਡਾ partner ਕਿਹੋ ਜਿਹਾ receptive ਹੈ ਇਹੋ ਜਿਹੀ conversations ਲਈ ਕਿ ਨਹੀਂ. ਬਟ ਆਈ ਥਿੰਕ ਬਹੁਤ ਈਜ਼ੀ ਹੁੰਦਾ ਕਨਵਰਸੇਸ਼ਨ ਨੂੰ ਬੈਂਸ 'ਚ ਬਦਲਣਾ. ਬਟ ਨਹੀਂ ਤੂੰ ਮੇਰੀ ਗੱਲ ਸੁਣ. ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਸੀ, ਆਈ ਥਿੰਕ ਮੈਂ ਜਦੋਂ ਕਾਲ ਸੈਂਟਰ ਰੋਜਰਸ ਦੀ ਪਹਿਲੀ ਜੌਬ ਸੀਗੀ, ਦ ਟ੍ਰੇਨਰ ਸੈਡ ਗੁੱਡ ਲਿਸਨਿੰਗ ਮੀਨਸ not waiting for the other person to finish. ਵੀ ਜੇ ਤੁਸੀਂ ਸਿਰਫ ਇਹੀ ਵੇਟ ਕਰ ਰਹੇ ਹੋ ਕਦੋਂ ਚੁੱਪ ਕਰੇ ਤੇ ਮੈਂ ਬੋਲਾਂ, that's not good listening. Good listening is listen to what they're saying. So I think I really feel it really comes down to communication. ਜੇ ਤੁਸੀਂ ਕੁਝ ਫੀਲ ਕਰਦੇ ਹੋ ਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਗੱਲ ਕਰ ਸਕਦੇ ਹੋ ਦੋਵੇਂ ਜਾਣੇ ਬੈਠ ਕੇ ਵੀ, you know what, I think ਆਹ ਕਮੀ ਹੈਗੀ ਆ, let's see. You don't have to teach your partner what to do. It should be a collaborative effort. What do you think? Let's see how we can make it better. And the other thing that I find very helpful is ਬਹੁਤ resources ਨੇ ਜੀ ਅੱਜ ਕੱਲ੍ਹ Spotify ਤੇ ਪੋਡਕਾਸਟ ਆਨਲਾਈਨ ਬੜੇ ਸਿਆਣੇ ਸਿਆਣੇ ਲੋਕ ਨੇ ਜਿਹੜੇ ਬੜੀ ਸਿਆਣੀਆਂ ਟਿਪਸ ਦਿੰਦੇ ਨੇ ਔਰ ਲਿਸਨ ਟੂ ਦੈਟ. ਬਹੁਤ ਹੈਲਪ ਅਵੇਲੇਬਲ ਹੈ. ਬਟ ਆਈ ਥਿੰਕ ਆਈ ਵੁੱਡ ਸਟਿਲ ਸੇ ਜੇ ਤੁਸੀਂ ਆਪਣੀ ਕਮਿਊਨੀਕੇਸ਼ਨ ਸਟਰੈਂਥਨ ਕਰ ਸਕਦੇ ਹੋ ਜਸਟ ਟੂ ਸੇ ਇਹ ਮੇਰੀ ਇੱਛਾ ਹੈ and let's see how we can improve it. Maybe let's try, and it's not going to change over time. Maybe go one thing at a time. ਐਕਚੁਅਲੀ ਜਿਹੜਾ ਤੁਸੀਂ ਕਿਹਾ ਨਾ ਕਿ ਇੱਕੋਦਮ ਨਹੀਂ ਚੇਂਜ ਹੋਊਗਾ. ਹੁਣ ਕੋਈ ਰਿਲੇਸ਼ਨਸ਼ਿਪ ਹੈ ਉਹਦੇ 'ਚ ਬੜੇ ਸਾਲਾਂ ਦਾ ਇਮੋਸ਼ਨਲ ਡਿਸਟੈਂਸ ਹੈਗਾ, ਉਹ ਵਾਪਸ ਆ ਸਕਦਾ? ਜਿਹੜਾ ਡਿਸਟੈਂਸ ਹੈ ਉਹ ਖਤਮ ਹੋ ਸਕਦਾ? ਆਈ ਥਿੰਕ ਜੇ ਇੱਛਾ ਹੋਵੇ ਕਿਉਂ ਨਹੀਂ ਹੋ ਸਕਦਾ. ਅਸੀਂ ਕਿੰਨਿਆਂ ਨੂੰ ਫੌਜਾ ਸਿੰਘ ਨੂੰ ਦੇਖੋ ਕਿਹੜੀ ਉਮਰ 'ਚ ਦੌੜਦੇ ਸੀਗੇ, ਕਿੰਨੀਆਂ ਸਟੋਰੀਜ਼ ਨੇ ਜਿਹੜੀਆਂ ਤੁਸੀਂ ਲੇਟਰ ਔਨ ਇਨ ਯੋਰ ਏਜ ਯੂ ਸਟਾਰਟਿਡ ਯੋਰ ਪੈਸ਼ਨ, ਯੂ ਸਟਾਰਟਿਡ ਸਮਥਿੰਗ ਨਿਊ. ਅ ਲੋਟ ਆਫ ਪੀਪਲ ਹੂਵ ਹੈਡ ਐਨ ਹੈਂਡੀਕੈਪ ਐਂਡ ਹੈਵ ਓਵਰਕਮ ਇਟ. ਕਿਉਂ ਨਹੀਂ ਹੋ ਸਕਦਾ ਜੇ ਇੱਛਾ ਹੋਵੇ? ਜੇ ਇੱਛਾ ਹੋਵੇ ਉਹ ਕਹਿੰਦੇ ਪਰਬਤ ਵੀ ਹਿਲਾ ਸਕਦੇ ਆ. ਸੋ ਅਗੇਨ ਇਟ ਕਮਸ ਡਾਊਨ ਟੂ what is the appetite ਤੁਹਾਡੇ ਪਾਰਟਨਰਸ਼ਿਪ ਦੇ ਵਿੱਚ. Do you really want to make it better? ਸਹੀ ਗੱਲ ਆ. Why will you not? ਇਹ ਤਾਂ ਪੈਸੇ ਵੀ ਨਹੀਂ ਲੱਗਣੇ. ਦੇਖੋ ਕੋਸ਼ਿਸ਼ ਤਾਂ ਕਰਕੇ ਦੇਖੋ, ਸ਼ਾਇਦ ਸਾਰੀਆਂ ਚੀਜ਼ਾਂ ਠੀਕ ਪੈਸੇ ਲਗਾ ਕੇ ਵੀ ਦੇਖ ਲਓ. Maybe counseling can help, but I think you can start with just talking to each other. What makes, in the same movie ਉਹ ਜਿਹੜੀ ਦਿਲ ਧੜਕਨੇ ਦੋ ਦੀ ਮੈਂ ਗੱਲ ਕੀਤੀ ਹੈ, at the end they both, it was the same relationship between Anil Kapoor and Shefali. Realizing what she feels is she feels lonely in the marriage. She's always afraid ਵੀ ਉਹਨੂੰ ਛੱਡ ਕੇ ਚਲਾ ਜਾਏਗਾ because ਉਹ ਅਮੀਰ ਹੈ. ਬੇਸਿਕਲੀ ਉਹ ਇਮੋਸ਼ਨਲ ਕਨੈਕਸ਼ਨ ਹੀ ਹੈ ਨਹੀਂ ਨਾ. ਸੋ ਸਭ ਤੋਂ ਪਹਿਲਾਂ ਇਹੀ ਮੈਨੂੰ ਲੱਗਦਾ ਫੇਡ ਹੁੰਦਾ ਕਿਸੇ ਵੀ ਰਿਸ਼ਤੇ ਦੇ ਵਿੱਚੋਂ, ਇਹੀ ਚੀਜ਼ ਫੇਡ ਹੁੰਦੀ ਹੈ. ਬਟ ਆਈ ਥਿੰਕ ਅਸੀਂ ਨਾ ਅੰਡਰ ਐਸਟੀਮੇਟ ਕਰ ਲਈਦਾ ਆਪਣੇ ਪਾਰਟਨਰਸ ਨੂੰ, ਸਪੈਸ਼ਲੀ ਮੈਨ, ਕਿ ਇਹਨੂੰ ਕਿਹੜਾ ਸਮਝ ਆਉਣਾ. ਜੇ ਤੁਸੀਂ ਕੋਸ਼ਿਸ਼ ਕਰੋ ਨਾ ਸਮਝ ਲੈਂਦੇ ਨੇ. ਥੋੜਾ ਲੇਟ ਸਮਝਦੇ ਨੇ ਪਰ ਸਮਝ, ਬਿਕਾਜ਼ ਮੈਨ ਉਹਨਾਂ ਦਾ ਇਮੋਸ਼ਨਲ ਕੋਸ਼ੈਂਟ ਤੇ ਔਰਤਾਂ ਦਾ ਇਮੋਸ਼ਨਲ ਕੋਸ਼ੈਂਟ ਡਿਫਰੈਂਟ ਹੈ. ਬਟ ਆਈ ਥਿੰਕ ਬਹੁਤ ਵੱਡਾ ਟੂਲ ਹੈ ਗੱਲ ਕਰਨੀ, ਕਮਿਊਨੀਕੇਟ ਕਰਨਾ, ਔਰ ਅੰਡਰ ਐਸਟੀਮੇਟ ਨਾ ਕਰੋ. ਸਹੀ ਗੱਲ ਹੈ. ਔਰ ਫਿਰ ਉਹੀ ਹੈ ਕਿ ਜਿਹੜੀ ਤੁਸੀਂ ਗੱਲ ਦੱਸੀ ਹੈ ਵੀ ਜਿਹੜੀ ਕਨਵਰਸੇਸ਼ਨ ਹੈ, ਜਿਹੜੀ ਕਮਿਊਨੀਕੇਸ਼ਨ ਹੈ, ਉਹਦੇ ਤੋਂ ਜੇ ਸ਼ੁਰੂਆਤ ਕੀਤੀ ਜਾਵੇ ਤਾਂ ਜਿਹੜੀ ਉਹ ਕਿਉਰਿਓਸਿਟੀ ਹੈ, ਜਿਹੜੇ ਉਹ ਹਾਸੇ ਹੈ, ਜਿਹੜਾ ਉਹ ਇਮੋਸ਼ਨਲ ਕਨੈਕਸ਼ਨ ਹੈ, ਉਹ ਵਾਪਸ ਆ ਸਕਦਾ ਜੇ ਨਹੀਂ ਵੀ ਹੈਗਾ. ਐਂਡ ਆਈ ਥਿੰਕ ਟਾਈਮ ਬਦਲ ਗਿਆ ਹੁਣ ਤੇ ਪਾਰਟਨਰਸ ਦੋਵੇਂ ਬਹੁਤ ਐਫਰਟ ਕਰਦੇ ਨੇ ਟੂ ਕੀਪ ਈਚ ਅਦਰ ਹੈਪੀ, ਵਾਂਟ ਟੂ ਨੋ ਹਾਊ ਵੀ ਕੈਨ ਚੇਂਜ ਥਿੰਗਸ, ਰਾਈਟ. ਉਹ ਟਾਈਮ ਗਿਆ ਜਦੋਂ ਇੱਕ ਬੰਦਾ ਕੰਮ ਕਰਦਾ ਸੀ, ਇੱਕ ਘਰੇ ਸੀ, ਉਹ ਆਪਣੀ ਜ਼ਿੰਦਗੀ 'ਚ ਬਿਜ਼ੀ, ਉਹ ਲੇਡੀ ਵਿਚਾਰੀ ਚੁੱਲ੍ਹੇ ਚੌਕੇ 'ਚ ਬਿਜ਼ੀ. ਉਹ ਮੂਵੀ ਸੀ ਜਿਵੇਂ ਮਿਸਿਸ, ਐਂ ਜ਼ਿੰਦਗੀ ਕੱਟ ਗਈ. ਆਈ ਥਿੰਕ ਹੁਣ ਤੇ ਅਸੀਂ ਸਾਰੇ most of us are very blessed that we have awareness and people want to change. So ਕਿਉਂ ਨਹੀਂ ਹੋਏਗਾ? ਸਹੀ ਗੱਲ. ਔਰ ਜੇ ਕਿਸੇ ਦੀ ਜ਼ਿੰਦਗੀ ਚੇਂਜ ਹੋ ਜੇ ਇਸ ਕਨਵਰਸੇਸ਼ਨ ਤੋਂ ਬਾਅਦ, ਉਹ ਇਮੋਸ਼ਨਲੀ ਕਨੈਕਟ ਹੋ ਜਾਣ, ਜੇ ਉਹਨਾਂ 'ਚ ਡਿਸਕਨੈਕਸ਼ਨ ਹੈਗਾ ਤਾਂ ਹੋਰ ਕੀ ਚਾਹੀਦਾ ਫਿਰ ਸਾਨੂੰ ਇਹੋ ਜਿਹੀ ਕਨਵਰਸੇਸ਼ਨ 'ਚ. ਪੁਨੀਤ ਤੁਹਾਡਾ ਬਹੁਤ ਬਹੁਤ ਧੰਨਵਾਦ. ਹਮੇਸ਼ਾ ਦੀ ਤਰ੍ਹਾਂ ਜਿਹੜੀ ਇਹ ਅਨਕੰਫਰਟੇਬਲ ਟਾਕ ਆਪਾਂ ਕਰਦੇ ਹਾਂ, ਹਰ ਵਾਰੀ ਕੋਈ ਐਸਾ ਟੌਪਿਕ ਹੁੰਦਾ ਜਿਹਦੇ ਬਾਰੇ ਲੋਕ ਅਕਸਰ ਗੱਲ ਕਰਨੋਂ ਡਰ ਜਾਂਦੇ ਨੇ, ਜਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਅੱਜ ਦੀ ਗੱਲਬਾਤ ਪਸੰਦ ਵੀ ਨਾ ਆਈ ਹੋਵੇ, ਉਹਨਾਂ ਨੂੰ ਲੱਗੇ ਵੀ ਨਹੀਂ ਇਹ ਗੱਲਬਾਤ ਠੀਕ ਨਹੀਂ ਸੀ ਕਰਨੀ. ਪਰ ਆਈ ਥਿੰਕ ਕਿ ਇਹ ਗੱਲਬਾਤ ਬਹੁਤ ਇੰਪੋਰਟੈਂਟ ਸੀ ਤੇ ਇਹੋ ਜਿਹੇ ਸਵਾਲ, ਇਹੋ ਜਿਹੇ ਡਿਸਕਸ਼ਨਸ ਹੋਣੀਆਂ ਚਾਹੀਦੀਆਂ. ਜਿਹਨੂੰ ਸੂਟ ਕਰਦੀ ਅਬਜ਼ੌਰਬ ਕਰੇ, ਜਿਹੜਾ ਨਹੀਂ, ਜਿਹੜਾ ਸੂਟ ਕਰਦੀ ਨਾ ਅਬਜ਼ੌਰਬ ਕਰੋ. ਕੋਈ ਆਪਾਂ ਕਿਹੜਾ ਇਹਦੇ ਪੈਸੇ ਦੇਣੇ. ਬਿਲਕੁਲ. Thank you so much, Puneet, for your time. Thank you for having me, as always.